ਤੇ ਜਿੰਨੀ ਦੇਰ ਤੱਕ ਉਹ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਜਿਹੜੀ ਉਥਲ ਪੁਥਲ ਆ ਉਹ ਚੱਲਦੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਆਪਾਂ ਦੇਖ ਹੀ ਰਹੇ ਹਾਂ ਇਜ਼ਰਾਈਲ ਦੇ ਦੁਆਰਾ ਨਵੀਆਂ ਜਿਹੜੇ ਹਮਲੇ ਆ ਉਹ ਲਬਨਾਨ ਦੇ ਵਿੱਚ ਕਰ ਦਿੱਤੇ ਗਏ ਹੈਗੇ ਆ। ਈਵਨ ਦੋ ਟਰੰਪ ਹੋਣਾ ਨੇ ਨੇਤਨਯਾਹੂ ਨੂੰ ਰੋਕਿਆ ਸੀਗਾ ਵੀ ਭਾਈ ਹਮਲੇ ਨਾ ਕਰੀ, ਪਰ ਫਿਰ ਵੀ ਉਸ ਦੇ ਬਾਵਜੂਦ ਨੇਤਨਯਾਹੂ ਨੇ ਇਜ਼ਰਾਈਲ ਵਾਲਿਆਂ ਨੇ ਉੱਥੇ ਹਮਲੇ ਕੀਤੇ ਹੈਗੇ ਆ। ਸੋ ਇਹਦਾ ਕੀ ਅਰਥ ਨੇ, ਕਿਵੇਂ ਇਹਦਾ ਮਤਲਬ ਆ ਉਹ ਦੇਖਿਆ ਜਾਊਗਾ। ਟਰੰਪ ਹੁਣੀ ਬਾਰ-ਬਾਰ ਕਹਿ ਰਹੇ ਆ ਵੀ ਇਰਾਨ ਡੀਲ ਆ ਰਹੀ ਆ, ਇਹ ਬਸ ਹੋਣ ਜਾ ਰਹੀ ਆ। ਸੋ ਉਹ ਚੀਜ਼ ਉਹਨਾਂ ਨੇ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਉਹ ਆਖਿਆ ਹੈਗਾ ਆ। ਸੋ ਇਹ ਚੀਜ਼ ਦੇ ਵਿੱਚ ਨੇਤਨਯਾਹੂ ਫਿਰ ਵੀ ਜਿਹੜਾ ਉਹ ਟਲ ਨਹੀਂ ਰਿਹਾ ਹੈਗਾ। ਸੋ ਜਿਹੜੀਆਂ ਡੀਲਸ ਆ ਹਰਜੋਤ ਸਿੰਘ ਜੀ ਪੂਰੀਆਂ ਸਿਰੇ ਜਿਹੜੀਆਂ ਉਹ ਪਤਾ ਨਹੀਂ ਕਦੋਂ ਤੱਕ ਜਿਹੜੀਆਂ ਉਹ ਚੜ੍ਹਦੀਆਂ ਆ, ਤੇ ਉਹਦੇ ਨਾਲ ਜਿਹੜੀ ਸਿਚੁਏਸ਼ਨ ਆ 100% ਉਹ ਕਾਫੀ ਜ਼ਿਆਦਾ ਬੈਡ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਜੇ ਇਹਦੇ ਵਿੱਚ ਅਪਡੇਟ ਕਰਦੇ ਜਾਈਏ, ਅੱਜ ਇੱਕ ਸੀ ਡਰੋਨ ਆ ਉਸ ਨੂੰ ਰੈਸਕਿਊ ਕਰਨਾ ਪਿਆ US ਦੇ ਆਰਮੀ ਹੈਲੀਕਾਪਟਰ ਕਰੂ ਦੇ ਦੁਆਰਾ ਸਟ੍ਰੇਟ ਆਫ ਹਾਰਮੁਜ਼ ਦੇ ਨਜ਼ਦੀਕ। ਸੋ 3 ਜਿਹੜੇ ਕਰੂ ਮੈਂਬਰਸ ਆ US ਆਰਮੀ ਹੈਲੀਕਾਪਟਰ ਦੇ ਉਹ ਕ੍ਰੈਸ਼ ਕਰ ਗਏ ਸੀ ਸਟ੍ਰੇਟ ਆਫ ਹਾਰਮੁਜ਼ ਦੇ ਨਜ਼ਦੀਕ। ਇਹ ਕੱਲ੍ਹ ਦੀ ਜਿਹੜੀ ਉਹ ਘਟਨਾ ਆ ਤੇ ਇਹਨਾਂ ਨੂੰ ਬਾਅਦ ਚ ਅਮਰੀਕਨ ਸੀ ਡਰੋਨ ਦੇ ਨਾਲ ਬਚਾਇਆ ਜਿਹੜਾ ਉੱਥੋਂ ਗਿਆ ਆ। US ਸੈਂਟਰਲ ਕਮਾਂਡ ਸੈਂਟਕੌਂਪ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੇ ਫੌਜੀ ਆ ਉਹਨਾਂ ਨੂੰ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਸੀਗਾ, ਤੇ ਜਦੋਂ ਤੋਂ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀ ਉਸ ਤੋਂ 2 ਘੰਟੇ ਦੇ ਸਮੇਂ ਦੇ ਵਿੱਚ ਸਟੇਬਲ ਕੰਡੀਸ਼ਨਸ 'ਚ ਬਾਅਦ 'ਚ ਉੱਥੋਂ ਉਹਨਾਂ ਨੂੰ ਸੁਰੱਖਿਅਤ ਜਿਹੜਾ ਉਹ ਕੱਢ ਲਿਆ ਗਿਆ ਸੀਗਾ ਕੋਸਟ ਆਫ ਓਮਾਨ ਦੇ ਨਜ਼ਦੀਕ। ਜਦ ਕਹਿੰਦੇ ਵੀ ਪਾਣੀਆਂ ਦੇ ਵਿੱਚ ਉਹ ਗਸ਼ਤ ਕਰ ਰਹੇ ਸੀਗੇ, ਉਸ ਟਾਈਮ ਦੇ ਉੱਤੇ ਇਹ ਇਹਨਾਂ ਦਾ ਹਾਦਸਾਗ੍ਰਸਤ ਹੋਇਆ ਸੀ। AH-64 ਅਪਾਚੀ ਹੈਲੀਕਾਪਟਰ ਸੀਗਾ ਜਿਸ ਦੇ ਵਿੱਚ 3 ਕਰੂ ਮੈਂਬਰ ਸਵਾਰ ਸੀਗੇ ਤੇ ਜੋ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀਗਾ। ਸੋ ਇਹਦੇ ਵਿੱਚ ਇਹ ਨਹੀਂ ਪਤਾ ਵੀ ਕਾਰਨ ਜਿਹੜੇ ਇਸ ਦੇ ਵਿੱਚ ਅਜੇ ਦੱਸੇ ਨਹੀਂ ਆ ਵੀ ਕੀ ਚੱਕਰ ਜਿਹੜਾ ਉਹ ਬਣਿਆ, ਤੇ ਉਸ ਦੀ ਜਾਂਚ ਜਿਹੜੀ ਉਹ ਹੋਵੇਗੀ। ਤੇ ਉਸ ਤੋਂ ਬਾਅਦ ਚ ਅਨਕਰੂਡ ਸਰਫੇਸ ਡਰੋਨ ਆ ਜੋ ਕਿ ਟਾਸਕ ਫੋਰਸ 59 ਦੇ ਦੁਆਰਾ ਲਾਂਚ ਕੀਤਾ ਜਿਹੜਾ ਹੋ ਗਿਆ ਸੀਗਾ, ਉਹਨਾਂ ਨੇ ਉਸ ਜਿਹੜਾ ਅਨਕਰੂਡ ਸਰਫੇਸ ਡਰੋਨ ਦੀ ਮਦਦ ਦੇ ਨਾਲ ਉਹਨਾਂ ਨੂੰ ਉੱਥੋਂ ਕੱਢਿਆ ਹੈਗਾ ਆ। ਸੋ ਜਿਹੜੀ ਟਾਸਕ ਫੋਰਸ 59 ਆ 2024 ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਉਹ ਬਣਾਈ ਗਈ ਸੀ। ਆਪਰੇਸ਼ਨਲ ਡਿਪਲੋਇਮੈਂਟ ਆਫ ਅਨਮੈਨਡ ਸਿਸਟਮਸ ਟੀਮਡ ਵਿਦ ਮੈਨਡ ਆਪਰੇਟਰਸ ਵੀ ਮੈਰੀਟਾਈਮ ਸਿਕਿਉਰਿਟੀ ਦੇ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮਿਡਲ ਈਸਟ ਦੇ ਇਲਾਕੇ ਦੇ ਵਿੱਚ ਲਾਇਆ ਸੀ। ਸੋ ਉਸ ਟਾਸਕ ਫੋਰਸ ਦੀ ਮਦਦ ਲੈ ਕੇ ਇਹ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਕਰੂ ਮੈਂਬਰਸ ਨੂੰ ਉੱਥੋਂ ਕੱਢਿਆ ਗਿਆ ਹੈ। ਬਿਲਕੁਲ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ US ਦੀ ਆਰਮੀ ਨੇ ਜਿਹੜਾ ਅਟੈਕ ਕੀਤਾ ਸੀ ਤੇ ਉੱਥੇ ਇੱਕ ਜੋ ਹੈਲੀਕਾਪਟਰ ਆ ਕ੍ਰੈਸ਼ ਹੋ ਗਿਆ ਸੀ, ਤੇ ਡਰੋਨ ਬੋਟ ਦੇ ਰਾਹੀਂ ਜਿਹੜਾ ਆ ਅਨਮੈਨਡ ਬੋਟ ਸੀ, ਡਰੋਨ ਬੋਟ, ਉਹਦੇ ਰਾਹੀਂ 2 ਜਿਹੜੇ ਏਵੀਏਟਰਸ ਆ ਉਹਨਾਂ ਨੂੰ ਫਿਰ ਤੱਟ ਦੇ ਉੱਤੇ ਲੈ ਆਂਦਾ, ਤੇ ਕਹਿੰਦੇ 2 ਘੰਟੇ ਉਹ ਆਲਮੋਸਟ ਪਾਣੀ ਦੇ ਵਿੱਚ ਰਹੇ। ਜਿਹੜੇ ਕੈਪਟਨ ਟਿਮ ਹੌਂਕਨਸ ਆ ਸਪੋਕਸਮੈਨ ਆ US ਸੈਂਟਰਲ ਕਮਾਂਡ ਦੇ, ਉਹਨਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈਗਾ। ਮਿਡਲ ਈਸਟ ਦੇ ਵਿੱਚ ਇਹ ਕ੍ਰੈਸ਼ ਜਿਹੜਾ ਵਾਪਰਿਆ ਸਟ੍ਰੇਟ ਆਫ ਹਾਰਮੁਜ਼ ਦੇ ਲਾਗੇ, ਤੇ ਈਰਾਨ ਤੇ ਇਜ਼ਰਾਈਲ ਆਪਣੇ ਆਪਸ ਦੇ ਵਿੱਚ ਐਕਸਚੇਂਜ ਕਰ ਰਹੇ ਹੈਗੇ ਆ ਫਾਇਰਸ ਹਜੇ ਵੀ ਜਿਹੜਾ ਕਿਤੇ ਨਾ ਕਿਤੇ। ਤੇ US ਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਫਰਵਰੀ 28 ਨੂੰ ਅਟੈਕ ਕਰਨਾ ਸ਼ੁਰੂ ਕੀਤਾ ਸੀ। ਤੇ ਹੁਣ ਜੂਨ ਜਿਹੜੀ ਅੱਜ 9 ਹੋ ਗਈ ਆ, ਤੇ ਕਾਫੀ ਲੰਮਾ ਸਮਾਂ ਹੋ ਗਿਆ ਜਦ ਤੋਂ ਇਹ ਜਿਹੜੀ ਆ ਲੜਾਈ ਚੱਲ ਰਹੀ ਹੈਗੀ ਆ। ਹਾਲਾਂਕਿ ਵਿੱਚ ਕਹਿ ਦਿੰਦੇ ਆ ਵੀ ਸੀਜ਼ ਫਾਇਰ ਆ, ਪਰ ਫਿਰ ਇਦਾਂ ਚੱਲ ਜਾਂਦਾ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਕਨੋਲਜ ਕੀਤਾ ਕਿ ਕ੍ਰੈਸ਼ ਹੋਇਆ ਸੀ ਜਰਨਲਿਸਟ ਦੇ ਨਾਲ ਬੋਲਦੇ ਹੋਏ ਜੌਨ F ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਨਿਊਯਾਰਕ ਦੇ ਉੱਤੇ, ਜਦੋਂ ਉਹ NBA ਨੂੰ ਜਿਹੜਾ NBA ਫਾਈਨਲਸ ਆ ਉਹਨਾਂ ਨੂੰ ਵਾਚ ਕਰਕੇ ਆ ਰਹੇ ਸੀ, ਤੇ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਪਾਇਲਟ ਆ ਬਹੁਤ ਗੁੱਡ ਹੈਗੇ ਆ, ਫਾਈਨ ਆ, ਤੇ ਕਿਸੇ ਦੇ ਸੱਟ ਚੋਟ ਨਹੀਂ ਲੱਗੀ, ਤੇ ਕਹਿੰਦੇ ਵੀ ਅਸੀਂ ਕੱਲ ਨੂੰ ਜਿਹੜੀ ਆ ਰਿਪੋਰਟ ਉਹ ਇਸ਼ੂ ਕਰਾਂਗੇ। ਸੋ ਕੱਲ ਨੂੰ ਮਤਲਬ ਅੱਜ ਉਹ ਰਿਪੋਰਟ ਇਸ਼ੂ ਕਰਨਗੇ। ਜਿਹੜਾ ਕ੍ਰੈਸ਼ ਸੀਗਾ ਉਹ 3:30 ਤੜਕੇ ਸਾਰ ਜਿਹੜਾ ਉੱਥੇ ਦਾ ਜਿਹੜਾ ਸਮਾਂ ਸੀ ਕੋਸਟ ਆਫ ਓਮਾਨ ਦੇ ਵਿੱਚ ਹੋਇਆ ਸੀਗਾ। AH-64 ਅਪਾਚੀ ਹੈਲੀਕਾਪਟਰ ਇੱਕ ਤਰ੍ਹਾਂ ਨਾਲ ਅਮਰੀਕਨ ਮਿਲਟਰੀ ਦਾ ਬੜਾ ਤਕੜਾ ਐਸੈਟਸ ਹੈਗਾ, ਤੇ
ਪਰ ਦੂਸਰੇ ਪਾਸੇ ਟਰੰਪ ਹੁਣੀ ਸਟਿਲ ਕਹਿ ਰਹੇ ਆ ਵੀ ਇਰਾਨ ਵਾਲੀ ਜਿਹੜੀ ਡੀਲ ਆ ਉਹ ਇਜ਼ ਕਮਿੰਗ। ਸੋ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਕਹਿੰਦੇ ਵੀ ਹੈਵ ਏ ਗੁੱਡ ਚਾਂਸ ਵੀ ਸਾਈਨ ਕਰਨ ਦੇ ਲਈ ਡੀਲ 2 ਜਾਂ 3 ਦਿਨਾਂ ਦੇ ਵਿੱਚ। ਇਹ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜਾ ਆ ਉਹ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਹੈਗਾ। ਮੀਡੀਏਟਰ ਜਿਹੜੇ ਆ ਜਿਹਦੇ ਵਿੱਚ ਪਾਕਿਸਤਾਨ ਲੀਡ ਕਰ ਰਿਹਾ ਆ ਪ੍ਰੀਡੋਮੀਨੈਂਟਲੀ ਕਹਿੰਦੇ, ਤੇ ਕਹਿੰਦੇ ਕਾਫੀ ਹਫ਼ਤਿਆਂ ਤੋਂ ਇਸ ਡੀਲ ਬਣਾਉਣ ਦੇ ਵਿੱਚ ਉਹ ਲੱਗਾ ਹੋਇਆ ਹੈਗਾ ਆ। ਤੇ ਇਰਾਨ ਤੇ US ਦੋਨਾਂ ਨੇ ਹਾਰਡ ਪੋਜੀਸ਼ਨ ਇਸ ਟਾਈਮ ਆਪਣੀ ਲਈ ਹੋਈ ਹੈਗੀ ਆ। ਸੋ ਇਹ ਸਿਚੁਏਸ਼ਨ ਜਿਹੜੀ ਆ ਮਿਡਲ ਈਸਟ 'ਚ ਆ। ਤੇ ਦੂਸਰੇ ਪਾਸੇ ਜਿਹੜਾ ਤੁਸੀਂ ਦੱਸਿਆ ਹੀ ਆ, ਇਜ਼ਰਾਈਲ ਵਾਲਿਆਂ ਨੇ ਟਾਇਰ ਲੈਬਨਾਨ ਦੇ ਵਿੱਚ ਜਿਹੜੀ ਵਾਰਨਿੰਗ ਦਿੱਤੀ ਹੈਗੀ ਆ ਵੀ ਉੱਥੇ ਅਸੀਂ ਬੰਬਾਰਡਮੈਂਟ ਕਰਨ ਜਾ ਰਹੇ ਹਾਂ। ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਨਫਲਿਕਟ ਆ ਉਸ ਵਧਾਉਣ ਦੇ ਲਈ ਰੋਕਿਆ ਸੀ। ਜੀ, ਬਿਲਕੁਲ। ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਸੋ ਫਾਰ 2 ਮਹੀਨੇ ਹੋ ਗਏ ਆ ਜਦੋਂ ਟਰੰਪ ਹੁਣਾਂ ਨੇ ਪਹਿਲੀ ਵਾਰੀ ਜਿਹੜੀ ਸੀਜ਼ਫਾਇਰ ਆ ਉਹ ਐਲਾਨ ਕੀਤੀ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਉਦੋਂ ਤੋਂ ਹੀ ਇਹ ਕਹਿ ਰਹੇ ਆ ਵੀ ਦੋਨੋਂ ਸਾਈਡਸ, ਦੋਨੋਂ ਮੁਲਕ, ਦੋਨੋਂ ਧਿਰਾਂ ਡੀਲ ਬਣਾਉਣ ਦੇ ਬਿਲਕੁਲ ਨਜ਼ਦੀਕ ਹੈਗੀਆਂ ਆ। ਸੋ 7 ਅਪ੍ਰੈਲ ਨੂੰ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਅਜੇ ਵੈਰੀ ਫਾਰ ਅਲੋਂਗ ਆ ਤੇ 2 ਹਫ਼ਤੇ ਚਾਹੀਦੇ ਆ ਵੀ ਐਗਰੀਮੈਂਟ ਨੂੰ ਫਾਈਨਲਾਈਜ਼ ਜਿਹੜਾ ਉਹ ਕਰਨ ਦੇ ਲਈ। ਤੇ ਕਹਿੰਦੇ ਵੀ ਲੌਂਗ ਟਰਮ ਪ੍ਰੋਬਲਮ ਆ ਤੇ ਰੈਜ਼ੋਲੂਸ਼ਨ ਦੇ ਲਈ ਟਾਈਮ ਜਿਹੜਾ ਉਹ ਲੱਗੇਗਾ। ਪਰ ਕਹਿੰਦੇ ਵੀ ਕੋਈ ਰੈਜ਼ੋਲੂਸ਼ਨ ਓਬਵੀਅਸਲੀ ਨਹੀਂ ਜਿਹੜਾ ਉਹ ਬਣਿਆ। ਸੋ ਟਰੰਪ ਹੁਣਾਂ ਨੇ ਹੁਣ ਤੱਕ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕਾਫੀ ਵਾਰ ਇਹ ਚੀਜ਼ ਜਿਹੜੀ ਉਹ ਕਹਿ ਦਿੱਤੀ ਆ, ਵੀ ਆਰ ਵੈਰੀ ਕਲੋਜ਼। So getting closer, largely negotiated, subject to finalization. Deal would be announced shortly. Very close to having a deal. We are very close to final deal with Iran. ਇਹ ਸਾਰੇ ਇਹਨਾਂ ਦੇ ਜਿਹੜੇ ਇਹ ਬਿਆਨ ਜਿਹੜੇ ਉਹ ਹੈਗੇ ਆ। ਸੋ ਤੁਸੀਂ ਦੇਖ ਹੀ ਸਕਦੇ ਆ ਵੀ ਟਰੰਪ ਹੁਣਾਂ ਨੇ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਇਹ ਬਿਆਨ ਜਿਹੜੇ ਉਹ ਦੇ ਰਹੇ ਆ ਤੇ ਪਰ ਅਜੇ ਤੱਕ ਡੀਲ ਕਿਸੇ ਪਾਸੇ ਫਾਈਨਲਾਈਜ਼ ਹੋ ਨਹੀਂ ਰਹੀ। ਅਕਸਰ ਆਪਾਂ ਦੇਖਦੇ ਹਾਂ ਵੀ ਇਹ ਜਦੋਂ ਵੀ ਇਦਾਂ ਦਾ ਬਿਆਨ ਦਿੰਦੇ ਆ ਉਦੋਂ ਸਟਾਕ ਮਾਰਕੀਟ 'ਚ ਜ਼ਰੂਰ ਹਰਕਤ ਜਿਹੜੀ ਆ ਹਰਜੋਤ ਸਿੰਘ ਜੀ ਹੋ ਜਾਂਦੀ ਆ। ਉਦੋਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਸੋ ਪਰ ਇਹ ਆ ਵੀ ਟਰੰਪ ਹੁਣੀ ਬਾਰ-ਬਾਰ ਕਹਿ ਹੀ ਤਾਂ ਜਾ ਰਹੇ ਆ ਤੇ ਪਰ ਇਹ ਆ ਵੀ ਅਜੇ ਹੱਲ ਜਿਹੜਾ ਉਹ ਪੂਰੀ ਤਰ੍ਹਾਂ ਹੋਇਆ ਨਹੀਂ। ਤੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਜਿਹੜੀ ਜ਼ਰੂਰ ਹੈਗੀ ਆ ਵੀ ਹੁਣ ਕੋਈ ਮੰਨੇ ਚਾਹੇ ਨਾ ਮੰਨੇ, ਚਾਹੇ ਇਰਾਨ ਵਰਗੇ ਮੁਲਕ ਦੇ ਉੱਤੇ ਤਕਰੀਬਨ 50 ਸਾਲ ਤੋਂ ਸੈਂਕਸ਼ਨਸ ਲੱਗੀਆਂ ਹੋਈਆਂ। 47 ਸਾਲ ਤੋਂ ਵੱਧ ਦਾ ਵਕਤ ਜਿਹੜਾ ਉੱਤੇ ਹੋ ਚੁੱਕਾ ਸੈਂਕਸ਼ਨਸ ਜਿਹੜੀਆਂ ਉਹ ਲੱਗੀਆਂ ਹੋਈਆਂ ਆ। 38 ਵਾਰ ਟਰੰਪ ਹੋਣਾ ਨੇ ਹੁਣ ਤੱਕ ਕਹਿ ਚੁੱਕੇ ਆ ਵੀ ਡੀਲ ਜਿਹੜੀ ਫਾਈਨਲ ਹੋਣ ਵਾਲੀ ਆ। ਪਰ ਤੁਸੀਂ ਦੇਖੋ ਵੀ ਇਰਾਨ ਇੱਕ ਧਿਰ ਦੇ ਤੌਰ ਦੇ ਉੱਤੇ, ਮਜ਼ਬੂਤ ਧਿਰ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਸਾਹਮਣੇ ਆ ਗਈ ਆ। ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਉਹਨਾਂ ਦਾ ਲਾਂਘੇ ਦੇ ਉੱਤੇ ਪੂਰਾ ਹੀ ਕੰਟਰੋਲ ਆ, ਸਟ੍ਰੇਟ ਆਫ ਹਾਰਮੁਜ਼ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ। ਤੇ ਉਤੋਂ ਹੁਣ ਅਗਲੇ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਮਿਜ਼ਾਈਲ ਵੀ ਛੱਡ ਦਿੰਦੇ ਆ, ਗੱਲਬਾਤ ਵੀ ਕਰਦੇ ਆ, ਹੋਰ ਮੁਲਕਾਂ 'ਚ ਜਾ ਕੇ ਵੀ ਉਹ ਗੱਲਬਾਤ ਜਿਹੜੀ ਉਹ ਹੋ ਰਹੀ ਆ। ਤੇ ਇਹ ਆਪਣੀ ਅੜੀ ਜਿਹੜੀ ਆ ਇਰਾਨ ਵਾਲੇ ਉਹ ਪਕਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਅਜੇ ਇੰਨਾ ਜ਼ਿਆਦਾ ਨੁਕਸਾਨ ਬੰਬਾਂ ਦੇ ਨਾਲ ਇਹਨਾਂ ਦਾ ਜਿਹੜਾ ਉਹ ਹੋ ਚੁੱਕਾ ਆ, ਇਹਨਾਂ ਦੇ ਮੇਨ ਲੀਡਰਸ਼ਿਪ ਆ ਉਹ ਖਤਮ ਕਰ ਦਿੱਤੀ ਗਈ ਆ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਅੜੇ ਪਏ ਹੈਗੇ ਆ। ਸੋ ਇਹ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਦੇ ਕਹਿਣ ਦੇ ਉੱਤੇ ਇਰਾਨ ਦੇ ਉੱਤੇ ਹਮਲਾ ਹੋਇਆ, ਇਰਾਨ ਨੂੰ ਉੱਦਾਂ ਤਾਂ ਇਹ ਮਕਸਦ ਇਹੀ ਸੀਗਾ ਵੀ ਨੁਕਸਾਨ ਪਹੁੰਚਾਇਆ ਜਾ ਸਕੇ, ਉਸ ਨੂੰ ਕਮਜ਼ੋਰ ਕੀਤਾ ਜਾ ਸਕੇ। ਪਰ ਓਵਰਆਲ ਹਰਜੋਤ ਸਿੰਘ ਜੀ ਲਾਂਘੇ ਦੇ ਉੱਤੇ ਕੰਟਰੋਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਇਰਾਨ ਇੱਕ ਹੋਰ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਉੱਭਰ ਕੇ ਸਾਹਮਣੇ ਆ ਚੁੱਕਾ ਹੈਗਾ। ਬਿਲਕੁਲ। ਹਾਲਾਂਕਿ ਇਰਾਨ ਵਾਲਿਆਂ ਨੇ ਆਪਣਾ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਲਾਂਚ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਬੰਬਾਰਡਮੈਂਟ ਦਾ ਲੈਬਨਾਨ ਦੇ ਵਿੱਚ, ਤੇ ਟਰੰਪ ਹੁਣੀ ਕਹਿ ਰਹੇ ਆ ਵੀ ਇਹ ਜਿਹੜਾ ਆ ਇਸ ਨੂੰ ਰੋਕਿਆ ਜਾਵੇ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਗਏ ਜਿੱਥੇ NBA ਦਾ ਫਾਈਨਲ ਮੈਚ ਸੀਗਾ। ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ
ਤੇ ਲੋਕ ਕਾਫੀ ਅਪਸੈਟ ਸੀ, ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਪਹੁੰਚੇ, ਕਿਉਂਕਿ ਰਸਤੇ ਰੁਸਤੇ ਥੋੜੇ ਰੋਕੇ ਹੋਏ ਸੀ। ਤੇ ਲੋਕਾਂ ਨੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ, ਉਹਨਾਂ ਨੂੰ ਬੂ ਵੀ ਉੱਥੇ ਜਿਹੜਾ ਕੀਤਾ ਹੈਗਾ। ਸੋ ਪਰ ਟਰੰਪ ਨਹੀਂ, ਕਹਿੰਦੇ ਨਹੀਂ ਵੀ ਮੇਰੀ ਤਾਂ ਸਪੋਰਟ ਦੇ ਵਿੱਚ ਸੀਗੇ। ਪਰ ਬਹੁਤ ਜ਼ਿਆਦਾ ਜਿਹੜਾ ਰੌਲਾ ਸੀ ਉੱਥੇ ਜਿਹੜਾ ਫਲੋਰ ਦੇ ਉੱਤੇ ਸੀ, ਕਹਿੰਦੇ ਫਿਰ ਕਲੈਕਟਿਵ ਰੋਰ ਫਰੋਮ ਫੈਨਸ, ਤੇ ਜੋ ਕਾਫੀ ਘੰਟੇ ਪਹਿਲਾਂ ਉੱਥੇ ਪਹੁੰਚ ਚੁੱਕੇ ਸੀ ਮੈਚ ਤੋਂ, ਉਹਨਾਂ ਨੇ ਜਿਹੜਾ ਵਿਰੋਧ ਕੀਤਾ ਹੈਗਾ ਆ। ਤੇ ਅਰੀਨੇ ਦੇ ਵਿੱਚ ਸਿਕਿਉਰਿਟੀ ਗਲਾਸ ਲੱਗਾ ਹੋਇਆ ਸੀ ਤੇ 8:30 ਵਜੇ ਦੇ ਕਰੀਬ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿਹੜੇ ਆ ਉੱਥੇ ਪਹੁੰਚੇ, ਨਾਲ ਉਹਨਾਂ ਦੀ ਗ੍ਰੈਂਡ ਡਾਟਰ ਕਾਈ ਟਰੰਪ, ਨਿਕਸ ਦਾ ਓਨਰ ਜਿਹੜੀ ਟੀਮ ਹੈਗੀ ਆ ਨਿਊਯਾਰਕ ਜੇਮਸ ਤੋਂ। ਡੋਲਨ, ਉਹ ਉਹਨਾਂ ਦੇ ਉੱਥੇ ਜਿਹੜਾ ਨਾਲ ਪਹੁੰਚਿਆ ਹੋਇਆ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਮੌਕੇ ਨਿਊਯਾਰਕ ਤੇ ਜਿਹੜੇ ਆਈ ਥਿੰਕ ਟੈਕਸਸ ਵਾਲੇ ਉਹਨਾਂ ਦੇ ਵਿਚਾਲੇ ਮੁਕਾਬਲਾ ਆ। ਜਿਹੜਾ ਗ੍ਰੈਗ ਐਬਟ ਸੀ ਉਹਨੇ ਬੜੀ ਬੇਹੂਦਾ ਜੀ AI ਵਾਲੀ ਫੋਟੋ ਜਿਹੜੀ ਉਹ ਲਾਈ ਸੀ ਵੀ ਉਹ ਡੰਕ ਕਰ ਰਿਹਾ ਆ ਜਿਹੜੀ ਉੱਥੋਂ ਦੀ ਗਵਰਨਰ ਹੌਚਲ ਆ ਉਸ ਦੇ ਉੱਤੋਂ ਦੀ, ਤੇ ਟਰੰਪ ਸਾਈਡ ਤੇ ਜਿਹੜਾ ਉਹ ਚੀਅਰ ਕਰ ਰਿਹਾ ਆ। ਇਸ ਮੌਕੇ ਨਿਊਯਾਰਕ ਵਾਲੇ ਤਿੰਨਾਂ ਗੇਮਾਂ ਦੇ ਵਿੱਚੋਂ 2-1 ਦੇ ਨਾਲ ਲੀਡ ਕਰ ਰਹੇ ਆ। ਬੈਸਟ ਆਫ 7 ਹੁੰਦੀ ਆ। ਸੋ ਇੱਕ ਕੱਲ ਨੂੰ ਅਗਲੀ ਗੇਮ ਜਿਹੜੀ ਉਹ ਹੋਣੀ ਆ। ਸੋ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਆ। ਪਰ ਕਿਉਂਕਿ ਨਿਊਯਾਰਕ ਦੇ ਵਿੱਚ ਹੋਣ ਕਰਕੇ ਨਿਊਯਾਰਕ ਦੇ ਨਾਲ ਨਿਊਯਾਰਕ ਕਿਉਂਕਿ ਹੁਣ ਡੈਮੋਕ੍ਰੇਟ ਕਾਈਂਡ ਆਫ ਸਟੇਟ ਵੀ ਆ ਤੇ ਸ਼ਹਿਰ ਵੀ ਆ, ਉਹਦੇ ਕਰਕੇ ਜਿਹੜੀ ਬੂਜ਼ ਆ ਤੇ ਉਸ ਦਾ ਜਿਹੜਾ ਉਹ ਇਹਨਾਂ ਨੂੰ ਹਰਜੋਤ ਸਿੰਘ ਜੀ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ। ਕੱਲ ਜਦੋਂ ਟੈਕਸਸ ਵਾਲੇ ਜਿੱਤ ਗਏ ਤਾਂ ਟਰੰਪ ਹੁਣਾਂ ਦੇ ਵਾਈਟ ਹਾਊਸ ਦੀ ਟਵੀਟ ਜਿਹੜਾ ਉਹ ਕੀਤਾ, ਦੇਖੋ ਜੀ ਟਰੰਪ ਇਫੈਕਟ ਸੀਗਾ, ਟਰੰਪ ਦੇ ਜਾਣ ਦੇ ਕਰਕੇ ਟੈਕਸਸ ਵਾਲਿਆਂ ਦੀ ਜਿਹੜੀ ਉਹ ਜਿੱਤ ਹੋਈ ਆ। ਹੁਣ ਟੈਕਸਸ ਵਾਲੇ ਤਾਂ ਕਹਿਣਗੇ ਹੀ, ਸਪਰਜ਼ ਵਾਲੇ ਤਾਂ ਕਹਿਣਗੇ ਹੀ ਵੀ ਭਾਈ ਆ ਜਿਓ ਤੁਸੀਂ, ਹਰ ਗੇਮ ਸਾਡੀ ਦੇਖਿਓ, ਘੱਟੋ ਘੱਟ ਸਾਨੂੰ NBA ਦੀ ਜਿਹੜੀ ਚੈਂਪੀਅਨਸ਼ਿਪ ਆ ਉਸ ਨੂੰ ਜਿਹੜਾ ਉਹ ਜਿਤਾ ਦਿਓ। ਪਰ ਲੈਟਸ ਸੀ ਆਉਂਦੇ ਵਕਤ ਦੇ ਵਿੱਚ ਕੀ ਬਣਦਾ ਆ। ਅਗਲੀ ਨਿਊਯਾਰਕ ਦੇ ਮੇਅਰ ਜਿਹੜੇ ਜੋਹਰਾਨ ਮਮਦਾਨੀ ਮਮਦਾਨੀ ਆ, ਉਹਨਾਂ ਨੇ ਵੀ ਉੱਥੇ ਅਟੈਂਡ ਕਰਨਾ ਸੀ ਗੇਮ ਨੂੰ। ਉਹਨਾਂ ਨੇ ਲੋਕਲ ਇੱਕ ਰੇਡੀਓ ਸਟੇਸ਼ਨ ਦੇ ਉੱਤੇ ਕਿਹਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਆਉਂਦੇ ਆ ਤੇ ਅਸੀਂ ਐਕਸਾਈਟਡ ਆ ਵੈਲਕਮ ਕਰਨ ਦੇ ਲਈ ਐਨੀਵਨ ਐਂਡ ਐਵਰੀਵਨ ਜਿਹੜਾ ਨਿਕਸ ਦੀ ਸਪੋਰਟਸ ਦੇ ਵਿੱਚ ਆਉਂਦਾ ਹੈਗਾ ਆ। ਇੱਕ ਰੈਪਰ ਵੀ ਆ ਫੈਟ ਜੋ, ਉਹ ਨਿਕਸ ਦਾ ਬਹੁਤ ਵੱਡਾ ਸਪੋਰਟਰ ਆ ਤੇ ਉਹਨੇ ਕਮਲਾ ਹੈਰਿਸ ਦੇ ਲਈ 2024 ਦੇ ਵਿੱਚ ਕੈਂਪੇਨ ਕੀਤੀ ਸੀ ਤੇ ਟਰੰਪ ਉਹਨਾਂ ਦਾ ਕਾਫੀ ਕ੍ਰਿਟਿਕ ਆ। ਪਰ ਇੰਟਰਵਿਊ ਦੇ ਦੌਰਾਨ ਉਹਨੇ ਕਿਹਾ ਵੀ ਟਰੰਪ ਹੁਣੀ ਫੈਨ ਆ ਤੇ ਲੈਟ ਹਿਮ ਕਮ। ਸੋ ਟਰੰਪ ਉਹਨਾਂ ਨੇ ਕਿਹਾ ਵੀ ਮੈਨੂੰ ਡੋਲਰ ਨੇ ਇਨਵਾਈਟ ਕੀਤਾ ਸੀ ਤੇ ਜਿਹਨੇ $3 ਲੱਖ ਪੋਲੀਟੀਕਲ ਐਕਸ਼ਨ ਕਮੇਟੀ ਜਿਹੜੀ ਟਰੰਪ ਉਹਨਾਂ ਦੀ ਇਲੈਕਸ਼ਨ ਦੇ ਲਈ 2016 ਚ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਉਹਨਾਂ ਨੂੰ ਡੋਨੇਟ ਕੀਤਾ ਸੀ। ਤੇ ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਗੱਲ ਕਰੀਏ, CNBC ਦਾ ਇੱਕ ਨਵਾਂ ਸਰਵੇ ਜਿਹੜਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ 51% US ਦੇ ਜਿਹੜੇ ਅਡਲਟਸ ਨੇ ਉਹ ਇਹ ਕਹਿ ਰਹੇ ਆ ਵੀ ਜਿਹੜਾ ਅਮਰੀਕਨ ਡ੍ਰੀਮ ਆ ਉਹਨਾਂ ਦੇ ਰੀਚ ਤੋਂ ਬਾਹਰ ਹੋ ਚੁੱਕਾ ਆ ਇਸ ਮੌਕੇ। ਸੋ ਇਹ ਜਿਹੜਾ ਉਹ ਕਹਿੰਦੇ ਆ 45% ਜਿਹੜੇ ਇਸ ਸਰਵੇ ਨੂੰ ਰਿਸਪੌਂਡ ਕਰਨ ਵਾਲੇ ਉਹਨਾਂ ਨੇ ਕਿਹਾ ਵੀ ਕੁਝ ਕੁ ਲੋਕਾਂ ਦੇ ਲਈ ਹੀ ਇਹ ਜਿਹੜਾ ਅਮਰੀਕਨ ਡ੍ਰੀਮ ਆ ਉਹ ਹੁਣ ਬਚਿਆ ਆ। 6% ਜਿਹੜੇ ਉਹ ਕਹਿੰਦੇ ਆ ਵੀ ਉਹ ਉਹਨਾਂ ਦੇ ਬਿਲਕੁਲ ਵਿੱਚ ਜਿਹੜਾ ਉਹ ਨਹੀਂ ਹੈਗਾ। ਸੋ ਅੱਧੇ ਤੋਂ ਵੱਧ ਜਿਹੜੇ ਅਮਰੀਕਨਸ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਸਾਡੇ ਲਈ ਬੜਾ ਔਖਾ ਹੋਇਆ ਆ। 1930 ਦੇ ਦਹਾਕੇ ਦੇ ਵਿੱਚ ਜਿਹੜਾ ਅਮਰੀਕਨ ਡ੍ਰੀਮ ਟਰਮ ਆ ਉਹ ਕਾਫੀ ਜ਼ਿਆਦਾ ਪਾਪੂਲਰ ਹੋਈ ਸੀ। ਇੱਕ ਹਿਸਟੋਰੀਅਨ ਜੇਮਸ ਟਰਸਲੋ ਐਡਮਸ ਆ, ਉਹਨਾਂ ਨੇ ਜਿਹੜਾ ਉਹ ਇਸ ਦੇ ਬਾਰੇ ਕਿਹਾ ਸੀਗਾ ਵੀ ਡ੍ਰੀਮ ਆਫ ਏ ਬੈਟਰ, richer and a happier life for all our citizens of every rank। ਉਹਦੇ ਬਾਰੇ ਆਪਟਿਮਿਜ਼ਮ ਕਹਿੰਦੇ ਵੀ ਹੁਣ ਕਾਫੀ ਜ਼ਿਆਦਾ ਘਟ ਚੁੱਕਾ ਹੈਗਾ ਆ। ਸੋ ਇਸ ਮੌਕੇ ਅਮਰੀਕਨ ਡ੍ਰੀਮ ਦੀ ਜਦੋਂ ਗੱਲ ਕਰਦੇ ਆ, ਜਿੱਦਾਂ ਘਰ ਖਰੀਦਣਾ, ਸੋਹਣੀ ਜੌਬ ਹੋਣੀ, ਪਰਿਵਾਰ ਦੇ ਵਿੱਚ ਜਿਹੜਾ ਉਹ ਰਹਿਣਾ, ਉਹ ਸਾਰੀਆਂ ਚੀਜ਼ਾਂ ਹੈ ਤਾਂ ਹੈ, ਪਰ ਘਰ ਜਿਹੜਾ ਖਰੀਦਣ ਵਾਲਾ ਜਿਹੜਾ ਅਫੋਰਡੇਬਿਲਿਟੀ ਵਾਲਾ ਫੈਕਟਰ ਆ ਉਹ ਇੰਨਾ ਕੁ ਜ਼ਿਆਦਾ ਔਖਾ ਜਿਹੜਾ ਉਹ ਹੋ ਚੁੱਕਾ ਆ ਤੇ ਉਹ ਮੁਸ਼ਕਿਲ ਆ। ਕਾਸਟ ਆਫ ਲਿਵਿੰਗ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਫੈਕਟਰ ਆ ਉਹ ਇਸ ਟਾਈਮ ਬਣ ਚੁੱਕਾ ਹੈ, ਜਿਹਦੇ ਕਰਕੇ ਲੋਕ ਅਮਰੀਕਨ ਡ੍ਰੀਮ ਨੂੰ ਹੱਥ ਪਾਉਣਾ ਕਹਿੰਦੇ ਵੀ ਉਹਨਾਂ ਦੇ ਲਈ ਬਹੁਤ ਜ਼ਿਆਦਾ ਔਖਾ ਹੋ ਚੁੱਕਾ ਹੈ। ਘਰਾਂ ਦੀਆਂ ਪ੍ਰਾਈਸਿਸ ਵੀ ਲੋਕਾਂ ਨੂੰ ਰੋਕ ਰਹੀਆਂ ਆ, ਇੰਟਰਸਟ ਰੇਟ ਵੀ ਜਿਹੜੇ ਉਹ ਰੋਕਦੇ ਆ। ਕਹਿੰਦੇ ਵੀ ਜੇ ਓਵਰਆਲ ਦੇਖਿਆ ਜਾਵੇ ਅਮਰੀਕਨ ਡ੍ਰੀਮ ਦੇ ਵਿੱਚ ਕਾਸਟ ਆਫ ਲਿਵਿੰਗ,
ਹਾਊਸਿੰਗ ਪ੍ਰਾਈਸ, ਹੈਲਥ ਕੇਅਰ ਕਾਸਟ, ਲੋ ਵੇਜਿਸ, ਜੌਬ ਸਿਕਿਉਰਿਟੀ, ਐਜੂਕੇਸ਼ਨ ਕਾਸਟ ਜਾਂ ਸਟੂਡੈਂਟ ਡੈਟ, ਇਹ ਜਿਹੜੇ ਮੁੱਖ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਜਿਹੜਾ ਉਹ ਕਰਦੇ ਹੈਗੇ ਆ। ਇਨਫਲੇਸ਼ਨ ਜਿਉਂ ਕੋਵਿਡ ਤੋਂ ਬਾਅਦ ਹਰਜੋਤ ਸਿੰਘ ਜੀ ਐਸੀ ਵਧੀ ਆ, ਉਹ ਅਜੇ ਤੱਕ ਕਾਬੂ 'ਚ ਕਿਸੇ ਦੇ ਵੀ ਨਹੀਂ ਆਈ। ਪ੍ਰਸ਼ਾਸਨ ਕਈ ਜਿਹੜੇ ਉਹ ਬਦਲ ਗਏ। ਟਰੰਪ ਹੁਣਾਂ ਦੇ ਕਾਰਜਕਾਲ 'ਚ ਪਹਿਲੇ 'ਚ ਕੋਵਿਡ ਆਇਆ ਸੀ, ਬਾਅਦ 'ਚ ਬਾਈਡਨ ਦਾ ਕਾਰਜਕਾਲ ਲੰਘਿਆ, ਹੁਣ ਟਰੰਪ ਹੁਣਾਂ ਨੂੰ ਜਿਹੜੇ ਉਹ ਸਾਲ ਤੋਂ ਵੱਧ ਦਾ ਵਕਤ ਹੋ ਗਿਆ, 1.5 ਸਾਲ ਜਿਹੜਾ ਉਹ ਹੋ ਗਿਆ ਆ, ਪਰ ਇਨਫਲੇਸ਼ਨ ਕਿਸੇ ਵੀ ਤਰੀਕੇ ਦੇ ਨਾਲ ਹਾਲ ਦੀ ਘੜੀ ਕਾਬੂ 'ਚ ਨਹੀਂ ਆ। ਚੀਜ਼ਾਂ ਜਿਹੜੀਆਂ ਉਦੋਂ ਦੀਆਂ ਮਹਿੰਗੀਆਂ ਹੋਈਆਂ ਆ, ਉਹ ਕਦੀ ਮੁੜ ਕੇ ਦੁਬਾਰਾ ਸਸਤੀਆਂ ਨਹੀਂ ਹੋ ਸਕੀਆਂ। ਸੋ ਫਾਈਨੈਂਸ਼ੀਅਲ ਸਟੇਬਿਲਿਟੀ ਤੇ ਜਿਹੜੀ ਇਕੋਨਮੀ ਆ, ਉਹ ਇਸ ਟਾਈਮ ਅਮਰੀਕਨ ਡ੍ਰੀਮ ਨੂੰ ਜੋ ਉਹਦੀ ਡੈਫੀਨੇਸ਼ਨ ਦੇ ਵਿੱਚ ਜਿਹੜੀ ਆਉਂਦੀ ਆ, ਉਹਦੇ ਲਈ ਬੜਾ ਕੰਮ ਔਖਾ ਹੋਇਆ ਪਿਆ ਹੈਗਾ ਆ। ਸੋ ਅੱਧੇ ਤੋਂ ਵੱਧ ਅਮਰੀਕਨਜ਼ ਇਹ ਇਸ ਟਾਈਮ ਇਸ ਸਰਵੇ ਦੇ ਵਿੱਚ ਹਿੱਸਾ ਲੈਣ ਵਾਲੇ ਲੋਕ ਮੰਨਦੇ ਨੇ ਵੀ ਹਾਊਸਿੰਗ ਤੇ ਅਮਰੀਕਨ ਡ੍ਰੀਮ ਸਾਡੇ ਵੱਸ ਤੋਂ ਬਾਹਰ ਜਿਹੜਾ ਉਹ ਹੁੰਦਾ ਜਾ ਰਿਹਾ ਹੈਗਾ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722
7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀ ਬ੍ਰਿਕਸ ਆ ਜਿਹੜੀ ਇਹ ਜਿਹੜੇ ਮੁਲਕ ਸੀਗੇ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ, ਇਹਨਾਂ ਨੇ ਰਲ ਕੇ ਇਹਨਾਂ ਦਾ ਆਈਡੀਆ ਚੱਲ ਰਿਹਾ ਸੀ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਕਰੰਸੀ ਆ ਉਹ ਡਾਲਰ ਦੀ ਜਗ੍ਹਾ ਡਿਫਰੈਂਟ ਵਰਤ ਸਕਦੇ ਹੈਗੇ ਆ। ਹਾਲਾਂਕਿ ਸਭ ਤੋਂ ਪਹਿਲਾਂ ਜਿਹੜਾ ਬ੍ਰਿਕਸ ਦੇ ਵਿੱਚ ਮੇਨ ਪਾਰਟਨਰ ਜਿਹੜਾ ਸੀ ਉਹ ਇੰਡੀਆ ਸੀ, ਪਰ ਹੁਣ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਬਣੇ ਹੋਏ ਆ, ਕਰੰਸੀ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਘੱਟ ਕਰਦੇ ਹੈਗੇ ਆ। ਸੋ ਇਹਦੇ ਵਿੱਚ US ਡਾਲਰ ਦਾ ਆਲਟਰਨੇਟਿਵ ਜੋ ਬ੍ਰਿਕਸ ਦੇ ਮੈਂਬਰ ਆ ਉਹਨਾਂ ਨੇ ਕਰਨਾ ਸੀ। ਹਾਲਾਂਕਿ 5 ਮੁਲਕਾਂ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਬ੍ਰਿਕਸ ਦੇ ਨਾਲ ਜੁੜ ਗਏ ਸੀ। ਕਹਿੰਦੇ ਪਈ 99% 89% ਜਿਹੜੀ ਕਰੰਸੀ ਦੀ ਟ੍ਰੇਡਿੰਗ ਹੁੰਦੀ ਆ ਉਹ US ਡਾਲਰ ਦੇ ਵਿੱਚ ਹੁੰਦੀ ਹੈਗੀ ਆ, ਤੇ ਜਿਹੜੀ ਆਇਲ ਦੀ ਟ੍ਰੇਡਿੰਗ ਹੁੰਦੀ ਆ ਤੇਲ ਦੀ ਉਹ 100% US ਡਾਲਰ ਦੇ ਵਿੱਚ ਹੁੰਦੀ ਹੈਗੀ ਆ। ਸੋ ਸੈਂਟਰਲ ਜਿਹੜਾ ਸਿਚੁਏਸ਼ਨ ਖਾਸ ਕਰਕੇ US ਟ੍ਰੇਡ ਵਾਰ ਨੂੰ ਲੈ ਕੇ ਜਿਹੜੀ ਚਾਈਨਾ ਨਾਲ ਹੋਈ ਸੀ, ਉਹ ਤੋਂ ਬਾਅਦ ਫਿਰ ਇੰਡੀਆ ਨਾਲ ਵੀ ਹੋਈ, ਫਿਰ ਰਸ਼ੀਆ ਨਾਲ ਵੀ ਹੋਈ, ਉਸ ਨੂੰ ਲੈ ਕੇ ਇਹ ਕਾਫੀ ਸਰਗਰਮੀ ਸੀ ਵੀ ਜਿਹੜੇ ਬ੍ਰਿਕਸ ਦੇ ਮੈਂਬਰ ਹੈਗੇ ਆ ਇਹ ਹੁਣ ਜਿਹੜੀ US ਡਾਲਰ ਦੀ ਜਗ੍ਹਾ ਆਪਣੀ ਜਾਂ ਤਾਂ ਕੋਈ ਕਰੰਸੀ ਬਣਾ ਲੂਗੇ ਜਾਂ ਕੋਈ ਹੋਰ ਆਲਟਰਨੇਟਿਵ ਜਿਹੜਾ ਆ ਉਹ ਲੱਭੂਗੇ। 2025 ਦੇ ਵਿੱਚ ਬ੍ਰਿਕਸ ਦੀ ਮੀਟਿੰਗ ਹੋਈ ਸੀ ਬ੍ਰਾਜ਼ੀਲ ਦੇ ਵਿੱਚ, ਤੇ ਉਹ ਬੜੇ ਫਾਇਰ ਵਰਕਸ ਪਟਾਕੇ ਪਟੂਕੇ ਬਹੁਤ ਚੱਲੇ ਤੇ ਦੇਖੋ ਜੀ ਅਸੀਂ ਅਮਰੀਕਾ ਨੂੰ ਟੱਕਰ ਦੇਵਾਂਗੇ, ਪਰ ਉੱਥੇ ਪੂਟਨ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਤਾਂ ਆਏ ਨਹੀਂ ਉਹਦੇ ਵਿੱਚ, ਤੇ ਇੰਡੀਆ ਵਾਲੇ ਵੀ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਆਇਆ ਤੇ ਹੁਣ ਥੋੜੇ ਜਿਹੇ ਦਬਵੀਂ ਆਵਾਜ਼ 'ਚ ਇਹ ਕਰਦੇ ਹੈਗੇ ਆ। ਕਹਿੰਦੇ ਵੀ ਅੱਜ ਦੀ ਡੇਟ 'ਚ ਬਹੁਤ ਹਾਰਡ ਆ ਪ੍ਰੈਡਿਕਟ ਕਰਨਾ ਵੀ ਕਦੋਂ ਜਿਹੜੀ ਬ੍ਰਿਕਸ ਵਾਲੇ ਆ ਇਹ ਜਿਹੜੇ ਮੁਲਕ ਆ ਬ੍ਰਿਕਸ ਵਾਲੇ ਇਹ ਆਪਣੀ ਕਰੰਸੀ ਰਿਲੀਜ਼ ਕਰੂਗੇ, ਪਰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਲਈ ਕੀ ਇੰਪਲੀਕੇਸ਼ਨਸ ਹੋਣਗੀਆਂ ਜੇ ਇਹ ਡਿਫਰੈਂਟ ਕਰੰਸੀ ਲੈ ਕੇ ਆਉਂਦੇ ਆ। ਪਰ ਅੱਜ ਦੀ ਡੇਟ 'ਚ ਇੰਡੀਆ ਵਾਲੇ ਪੈਰ ਪਿੱਛੇ ਨੂੰ ਖਿੱਚ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਇਰਾਨ ਦਾ ਪਾਲਸਤੀਨੀਅਨ ਦਾ ਦੋਸਤ ਮੁਲਕ ਹੋਣ ਦਾ ਦਾਅਵਾ ਕਰਨ ਵਾਲੇ ਇੰਡੀਆ ਵਾਲੇ ਅੱਜ ਕੱਲ ਇਜ਼ਰਾਈਲ ਤੇ ਨਾਲ ਬਿਲਕੁਲ ਰਲੇ ਮਿਲੇ ਹੋਏ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ। ਐਨਰਜੀ ਸੈਕਟਰੀ ਕ੍ਰਿਸ ਰਾਈਟ ਉਹਨਾਂ ਨੇ ਕਿਹਾ ਵੀ ਜਿਹੜਾ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਟ੍ਰੈਫਿਕ ਆ ਉਹ ਲਗਾਤਾਰ ਉਸ ਦੇ ਵਿੱਚ ਵਾਧਾ ਹੋ ਰਿਹਾ ਆ, ਕਹਿੰਦੇ ਵੀ ਵੈਰੀ ਮੀਨਿੰਗਫੁਲੀ, ਵੀ ਇਸ ਦੇ ਵਿੱਚ ਜ਼ਿਆਦੀਆਂ ਜਿਹੜੀਆਂ ਤੇਲ ਵਾਲੇ ਟੈਂਕਰ ਨੇ ਜਾਂ ਓਵਰਆਲ ਜੋ ਵੀ ਉੱਥੇ ਕਿਸ਼ਤੀਆਂ ਨੇ, ਜਹਾਜ਼ ਨੇ, ਸਮੁੰਦਰੀ ਜਹਾਜ਼ ਨੇ, ਉਹ ਉੱਧਰੋਂ ਲੰਘ ਰਹੇ ਨੇ। ਲੇਟੈਸਟ ਡਾਟਾ ਜਿਹੜਾ IMF ਪੋਰਟ ਵਾਚ ਸ਼ੋ ਜਿਹੜਾ ਉਹ ਕਰਦਾ ਆ ਵੀ ਜਿਹੜਾ ਇਹ ਲਾਂਘਾ ਆ ਇਸ ਦੇ ਵਿੱਚ ਜਿਹੜਾ ਟ੍ਰੈਫਿਕ ਆ ਉਹ ਅਜੇ ਵੀ ਘਟਿਆ ਹੋਇਆ ਹੀ ਨਜ਼ਰ ਆ ਰਿਹਾ ਆ। ਪਰ US ਦੇ ਜਿਹੜੇ ਐਨਰਜੀ ਸੈਕਟਰੀ ਕ੍ਰਿਸ ਰਾਈਟ ਆ ਉਹਨਾਂ ਦੇ ਕਹਿਣ ਮੁਤਾਬਕ ਉਹ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਉਹ ਕਹਿ ਰਹੇ ਆ ਵੀ ਜਿਹੜਾ ਆਇਲ ਟ੍ਰੈਫਿਕ ਆ ਉਹ ਉੱਥੇ ਪਹਿਲਾਂ ਦੇ ਨਾਲੋਂ ਵਧਿਆ ਹੈਗਾ ਆ। ਸੋ CNBC ਦੇ ਨਾਲ ਗੱਲਬਾਤ ਕਰ ਰਹੇ ਸੀਗੇ ਇੱਕ ਐਨਰਜੀ ਕਾਨਫਰੰਸ ਦੇ ਦੌਰਾਨ ਅੱਜ, ਜਦ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਆਇਲ ਐਕਸਪੋਰਟਸ ਆ ਹਾਰਮੋਜ਼ ਦੇ ਵਿੱਚ ਉਹ ਇਨਕਰੀਜ਼ ਹੋ ਰਿਹਾ ਹੈ ਤੇ ਕਹਿੰਦੇ ਵੀ ਆਉਂਦੇ ਸਮੇਂ ਦੇ ਵਿੱਚ ਵੀ ਇਹ ਲਗਾਤਾਰ ਵੱਧਦਾ ਰਹੇਗਾ। ਜਦੋਂ ਤੋਂ ਲੜਾਈ ਸ਼ੁਰੂ ਹੋਈ ਆ ਉਸ ਇਲਾਕੇ ਦੇ ਵਿੱਚ, ਇਰਾਨ ਦੇ ਖਿੱਤੇ ਦੇ ਵਿੱਚ, ਤਾਂ ਉਦੋਂ ਤੋਂ ਹੀ ਉਹਨਾਂ ਨੇ ਸਟ੍ਰੇਟ ਆਫ ਹਾਰਮੁਜ਼ ਨੂੰ ਬੰਨ ਇੱਕ ਹਿਸਾਬ ਦੇ ਨਾਲ ਲਾਇਆ ਹੋਇਆ ਆ, ਰੋਕਿਆ ਹੋਇਆ ਆ। 20% ਤੇਲ ਦੀਆਂ ਜਿਹੜੀਆਂ ਸ਼ਿਪਮੈਂਟਸ ਆ ਉਹ ਦੁਨੀਆ ਭਰ ਦੀਆਂ ਉਹ ਉਸ ਲਾਂਘੇ ਦੇ ਵਿੱਚੋਂ ਲੰਘਦੀਆਂ ਨੇ, ਤੇ ਉਹ ਹੁਣ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਿਆ ਆ ਪਿਛਲੇ ਕਈ ਮਹੀਨਿਆਂ ਤੋਂ। ਪੋਰਟ ਵਾਚ ਨੇ ਜਿਹੜਾ ਉਹ ਦੇਖਿਆ ਪਿਛਲੇ 7 ਦਿਨਾਂ ਦੀ ਜਿਹੜੀ ਮੂਵਿੰਗ ਐਵਰੇਜ ਆ ਵੀ ਸੰਡੇ ਤੱਕ ਮਹਿਜ 5 ਸ਼ਿਪਸ ਹੀ ਜਿਹੜੀਆਂ ਆ ਉਹ ਅਰਾਈਵ ਹੋਈਆਂ ਆ। ਕਿਸੇ ਟਾਈਮ ਦੇ ਉੱਤੇ ਇਹ ਆંકੜਾ 100 ਤੋਂ ਪਾਰ ਸੀਗਾ। ਸੋ ਜਿੱਥੇ ਹਰਜੋਤ ਸਿੰਘ ਜੀ 100 ਸ਼ਿਪਸ ਲੰਘਦੀਆਂ ਸੀਗੀਆਂ ਹਫ਼ਤੇ ਦੇ ਵਿੱਚ, ਉੱਥੇ 5 ਜਿਹੜੀਆਂ ਉਹ ਰਹਿ ਗਈਆਂ ਆ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿਉਂ ਤੇਲ ਦੀ ਸਪਲਾਈ ਚੇਨ ਦੇ ਉੱਤੇ ਐਡਾ ਵੱਡਾ ਜਿਹੜਾ ਉਹ ਅਸਰ ਪਿਆ ਆ। ਪਰ ਐਨਰਜੀ ਸਕੱਤਰ ਇਹਨਾਂ ਆંકੜਿਆਂ ਦੇ ਹੋਣ ਦੇ ਬਾਵਜੂਦ ਵੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਨਹੀਂ, ਜਿਹੜੇ ਜ਼ਿਆਦਾ ਸ਼ਿਪਸ ਆ ਉਹ ਲੰਘਣੇ ਸ਼ੁਰੂ ਹੋ ਚੁੱਕੇ ਆ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ H1b ਵੀਜ਼ਾ ਹੋਲਡਰਸ ਹੈਗੇ ਆ
ਉਹ ਸੈਲਫ ਡਿਪੋਰਟ ਕਰ ਰਹੇ ਆ, ਉਹ ਵੀ ਰੈਕਡ ਨੰਬਰਸ ਦੇ ਵਿੱਚ, ਬਹੁਤ ਵੱਡੀ ਗਿਣਤੀ ਦੇ ਵਿੱਚ। ਸੋ ਇਹਦੇ ਵਿੱਚ ਕਈ ਜਿਹੜੇ ਪੁਆਇੰਟ ਆ ਉਹ ਸਾਹਮਣੇ ਆਏ ਆ। ਕਹਿੰਦੇ ਕਈ ਕੁਛ ਤਾਂ ਇੰਡੀਵਿਜੂਅਲ ਇਹ ਆ ਵੀ ਉਹਨਾਂ ਨੂੰ ਲੱਗਦਾ ਵੀ ਗ੍ਰੀਨ ਕਾਰਡ ਮਿਲਣ ਨੂੰ ਬਹੁਤ ਲੰਮਾ ਸਮਾਂ ਲੱਗਦਾ ਆ, ਤੇ ਪਤਾ ਨਹੀਂ ਕਦੋਂ ਮਿਲਣਾ ਆ, ਤੇ ਹਜ਼ਾਰਾਂ ਦੀ ਗਿਣਤੀ 'ਚ ਹੁਣ ਜਿਹੜੇ ਆ ਪਰਮਾਨੈਂਟ ਜੋਬਸ ਦੇ ਲਈ ਅਮਰੀਕਨ ਅਪਲਾਈ ਕਰ ਰਹੇ ਆ। ਪਲੱਸ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ, ਖਾਸ ਕਰਕੇ ਇੰਡੀਅਨਸ ਦੇ ਅਗੇਂਸਟ। ਉਹ ਵੀ ਜੋ H1 ਵੀਜ਼ੇ ਦੇ ਉੱਤੇ ਹੈਗੇ ਆ, ਡੈਲਸ, ਫੋਰਟ ਵਰਥ, ਜਿਹੜਾ ਟੈਕਸਸ ਵਾਲਾ ਏਰੀਆ, ਉੱਥੇ। ਦੂਜਾ ਨੰਬਰ ਤੇ ਜਿਹੜੇ ਕਾਰਨ ਇਹ ਆ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਲਾਂ 'ਚ ਬਹੁਤ ਸਾਰੀਆਂ ਕੰਸਲਟੈਂਸੀਜ਼ ਖੁੱਲੀਆਂ ਸੀਗੀਆਂ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸ਼ੱਕ ਆ। ਉਹ ਹੁਣ ਕੰਸਲਟੈਂਸੀਜ਼ ਉਹਨਾਂ ਨੂੰ ਇਨਵੈਸਟੀਗੇਟ ਹੋ ਰਹੀਆਂ ਹੈਗੀਆਂ ਆ ਵੀ ਹਾਇਰ ਕਿਸ ਕੰਮ ਲਈ ਕੀਤਾ ਜਾਂਦਾ ਸੀ, ਕੰਮ ਕੋਈ ਹੋਰ ਕਰਾਇਆ ਜਾ ਰਿਹਾ ਸੀ। ਤੀਜਾ ਮੇਨ ਕਾਰਨ ਇਹ ਆ ਵੀ ਕਿਉਂਕਿ ਬਹੁਤ ਸਾਰੇ H1B ਵੀਜ਼ੇ ਦੇ ਉੱਤੇ ਜਿਹੜੇ ਲੋਕ ਸੀ ਉਹਨਾਂ ਦੀਆਂ ਤਨਖਾਹਾਂ ਵਧੀਆ ਸੀਗੀਆਂ, ਤੇ ਉਹਨਾਂ ਨੇ ਜਿਹੜੀਆਂ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ। ਕਿਸੇ ਨੇ ਰੈਸਟੋਰੈਂਟ ਲੈ ਲਿਆ, ਕਿਸੇ ਨੇ ਰੈਂਟਲ ਪ੍ਰਾਪਰਟੀਆਂ ਲੈ ਲਈਆਂ। ਸੋ ਉਹ ਵੀ ਕਹਿੰਦੇ ਬਹੁਤ ਵੱਡੀ ਗਿਣਤੀ 'ਚ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਰਹੇ ਆ, ਕਿਉਂਕਿ US ਗਵਰਨਮੈਂਟ ਇਹ ਹੁਣ ਇਨਵੈਸਟੀਗੇਟ ਕਰ ਰਹੀ ਆ ਵੀ ਵੀਜ਼ਾ ਵਾਇਲੇਸ਼ਨ ਹੋਈ ਆ। ਤੇ ਜੇ ਤੁਹਾਨੂੰ H1B ਵੀਜ਼ੇ ਦੇ ਉੱਤੇ ਸੱਦਿਆ ਆ ਤੇ ਤੁਸੀਂ ਉਹੀ ਕੰਮ ਕਰ ਸਕਦੇ ਆ, ਜਾਂ ਆਪਣੇ ਲਈ ਘਰ ਖਰੀਦ ਸਕਦੇ ਆ, ਨਾ ਕਿ ਜਿਹੜਾ ਕੋਈ ਹੋਰ ਜਿਹੜਾ ਬਿਜ਼ਨਸ ਆ ਜਾਂ ਕੋਈ ਰੈਂਟਲ ਪ੍ਰਾਪਰਟੀ ਤੁਸੀਂ ਖਰੀਦਦੇ ਆ, ਉਹ ਇੱਕ ਤਰ੍ਹਾਂ ਨਾਲ ਬਿਜ਼ਨਸ ਹੈਗਾ ਆ। ਸੋ ਇਹ ਇੱਕ ਵੀਜ਼ਾ ਰੈਵੋਕੇਸ਼ਨ ਲੈਟਰਸ ਕੁਛ H1B ਵਾਲੇ ਜਿਹੜੇ ਲੈਂਡਲੋਰਡ ਸੀ H1B ਵੀਜ਼ੇ ਵਾਲੇ, ਉਹਨਾਂ ਨੂੰ 3 ਮਹੀਨੇ ਪਹਿਲਾਂ ਭੇਜੇ ਗਏ ਆ। ਉਹ ਤੋਂ ਬਾਅਦ ਕਹਿੰਦੇ ਜਿਹੜੇ ਡੈਲਸ, ਫੋਰਟ ਵਰਥ, ਜਿਹੜਾ ਟੈਕਸਸ ਵਾਲਾ ਏਰੀਆ ਆ, ਉੱਥੇ ਅਮਰੀਕਨ ਲੋਕ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਦੇ ਵਿੱਚ ਹੈਗੇ ਆ H1B ਵੀਜ਼ੇ ਲੋਕਾਂ ਦੇ ਉਲਟ। ਕਾਰਨ ਕੀ ਹੋਇਆ ਵੀ ਉੱਥੇ ਜਿਹੜੀਆਂ ਘਰਾਂ ਦੀਆਂ ਜਿਹੜੇ 2-2 ਲੱਖ ਦੇ ਘਰ ਸੀ, 1.5 ਦੇ, ਉਹ 5-5 ਲੱਖ ਤੱਕ ਚੱਲ ਗਏ। ਜੋ ਲੋਕਲ ਪੋਪੂਲੇਸ਼ਨ ਸੀ ਉਹ ਘਰ ਖਰੀਦਣ ਦੇ ਵਿੱਚ ਆਊਟ ਹੋ ਗਈ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ 70-80 ਹਜ਼ਾਰ ਲੱਖ ਡਾਲਰ ਸੀ, ਐਵਰੇਜ ਜਿਹੜੀ ਤਨਖਾਹ ਉੱਥੇ ਜਿਹੜੀ 40-50 ਹਜ਼ਾਰ ਡਾਲਰ ਸੀ। ਸੋ ਉਹ ਲੋਕਾਂ ਦੀ ਜਿਹੜੀ ਵਿਰੋਧਤਾ ਹੈ, ਤੁਸੀਂ ਫ੍ਰਿਸਕੋ ਏਰੀਆ ਦਾ ਦੇਖਦੇ ਆ ਵੀ ਕਿੰਨੀ ਹਰ ਰੋਜ਼ ਕੋਈ ਨਾ ਕੋਈ ਨਿਊਜ਼ ਹੁੰਦੀ ਆ। ਤੇ ਜਿਹੜੇ ਹੁਣ ਅਮਰੀਕਨਸ ਆ ਕਹਿੰਦੇ ਵੀ ਉਹ ਆਰਗੇਨਾਈਜ਼ ਹੋ ਰਿਹਾ ਆਪਣੇ ਆਪ ਦੇ ਵਿੱਚ, ਫਰਾਡ ਇਨਵੈਸਟੀਗੇਸ਼ਨਸ ਚੱਲ ਰਹੀਆਂ ਹੈਗੀਆਂ ਆ। ਸੋ ਬਹੁਤ ਸਾਰੇ ਜਿਹੜੇ ਲੋਕ ਆ ਇਹ ਹੁਣ ਇਸ ਕਰਕੇ ਡਰ ਰਹੇ ਆ ਵੀ ਸਾਨੂੰ ਆਈਸ ਵਾਲੇ ਕਿਤੇ ਫੜ ਨਾ ਲੈਣ। ਉਹਦੇ ਨਾਲੋਂ ਬੈਟਰ ਇਹ ਆ ਵੀ ਸੈਲਫ ਡਿਪੋਰਟ ਕਰ ਲਈਏ, ਕਿਉਂਕਿ ਕਈਆਂ ਨੂੰ ਇੰਡੀਆ ਦੇ ਵਿੱਚ ਵੀ ਵਧੀਆ ਜੌਬ ਮਿਲ ਜਾਂਦੀ ਜਦੋਂ ਅਮਰੀਕਾ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਆ। ਸੋ ਤੇ ਉਹ ਆਪਣੇ ਫੈਮਿਲੀਜ਼ ਦੇ ਕੋਲ ਜਾਣਾ ਚਾਹੁੰਦੇ ਆ, ਤੇ ਆਈਸ ਦੇ ਡਰ ਪੱਖੋਂ ਕਿ ਸਾਨੂੰ ਕਿਤੇ ਫੜ ਕੇ ਅੰਦਰ ਨਾ ਕਰ ਦਿੱਤਾ ਜਾਵੇ, ਫਿਰ ਪਰਮਾਨੈਂਟਲੀ ਜਿਹੜਾ ਤੁਹਾਡਾ ਬੈਨ ਅਮਰੀਕਾ ਦੇ ਵਿੱਚ ਹੋਵੇ। ਇਸ ਕਰਕੇ ਵੱਡੀ ਗਿਣਤੀ ਦੇ ਵਿੱਚ H1B ਵੀਜ਼ਾ ਹੋਲਡਰ ਜਿਹੜੇ ਭਾਰਤੀ ਮੂਲ ਦੇ ਆ, ਉਹ ਸੈਲਫ ਡਿਪੋਰਟ ਕਰ ਰਹੇ ਹੂੰ। ਜੀ ਬਿਲਕੁਲ, ਆਪਾਂ ਕੱਲ ਸ਼ਾਮੀ ਵੀ ਖਬਰ ਕੀਤੀ ਸੀ, ਇੱਕ ਵਾਰੀ ਫੇਰ ਦੱਸ ਦਿੰਦੇ ਆ। ਇੱਕ 50 ਸਾਲਾਂ ਦਾ ਨੀਰਜ ਸ਼ਰਮਾ ਨਾਂ ਦਾ ਬੰਦਾ, ਇਹ ਇੰਡੀਅਨ ਅਮਰੀਕਨ ਹੈ, 2017 ਚ ਸਿਟੀਜ਼ਨ ਬਣ ਗਿਆ ਸੀਗਾ, ਪਰ ਇਹਨੇ ਵੀਜ਼ਾ ਫਰਾਡ ਕੀਤਾ ਸੀ। 11 ਜਿਹੜੀਆਂ H1B ਦੀਆਂ ਨਕਲੀ ਫਰਾਡ ਵੀਜ਼ਾ ਪਟੀਸ਼ਨਸ ਇਹਨੇ ਲਾਈਆਂ ਸੀਗੀਆਂ। ਇਹ ਇੱਕ ਕੰਸਲਟੈਂਸੀ ਕਾਈਂਡ ਆਫ ਕੰਪਨੀ ਦਾ, ਸਟਾਫਿੰਗ ਕੰਪਨੀ ਦਾ ਇਹ CEO ਤੇ ਮਾਲਕ ਸੀਗਾ। ਉਹ ਜੌਬਸ ਕੋਈ ਅੱਗੇ ਸੀਗੀਆਂ ਨਹੀਂ, ਪਰ ਨਕਲੀ ਇੱਕ ਹਿਸਾਬ ਦੇ ਨਾਲ ਦਸਤਾਵੇਜ਼ ਲਾ ਕੇ ਨਕਲੀ ਜੌਬਸ ਸ਼ੋਅ ਕਰਕੇ ਇਹਨੇ 11 ਜਿਹੜੀਆਂ H1B ਪਟੀਸ਼ਨਸ ਪਾਈਆਂ ਸੀਗੀਆਂ, ਤੇ ਹੁਣ ਉਹ ਫਰਾਡ ਸਾਹਮਣੇ ਆ ਗਿਆ, ਤੇ ਹੁਣ ਇਹਦੀ ਸਿਟੀਜ਼ਨਸ਼ਿਪ ਵਾਪਸ ਲਈ ਜਿਹੜੀ ਉਹ ਜਾ ਰਹੀ ਆ। ਸੋ ਸਰਕਾਰ ਦੇ ਦੁਆਰਾ ਆਲਰੇਡੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਡੀਨੈਚੁਰਲਾਈਜੇਸ਼ਨ ਦਾ ਐਕਸ਼ਨ ਇਸ ਦੇ ਉਲਟ ਸ਼ੁਰੂ ਕਰ ਦਿੱਤਾ ਗਿਆ। 17 ਹੋਰ ਜਾਣੇ ਆ ਜਿਨ੍ਹਾਂ ਦੇ ਉਲਟ ਨਾਲ ਇਹ ਚੱਲ ਰਿਹਾ। ਕੁੱਲ ਮਿਲਾ ਕੇ 300 ਤੋਂ ਵੱਧ ਕੇਸ ਜਿਹੜੇ ਹਰਜੋਤ ਸਿੰਘ ਜੀ ਇਸ ਮੌਕੇ ਚੱਲ ਰਹੇ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ, ਜਿਹੜੇ ਇਹ ਕਿਹਾ ਜਾ ਰਿਹਾ ਆ ਵੀ ਉਹਨਾਂ ਨੂੰ ਡੀਨੈਚੁਰਲਾਈਜ਼ ਕੀਤਾ ਜਾਵੇ। ਸਿਰਫ ਤੇ ਸਿਰਫ ਜਿਹੜੇ ਲੋਕ ਇੱਥੇ ਜੰਮੇ ਨੇ US ਦੇ ਵਿੱਚ, ਜਿਹੜੇ ਬਰਥ ਰਾਈਟ ਤੋਂ ਸਿਟੀਜ਼ਨ ਆ, ਉਹਨਾਂ ਨੂੰ ਨਹੀਂ ਡੀਨੈਚੁਰਲਾਈਜ਼ ਕੀਤਾ ਜਾ ਸਕਦਾ। ਜਿਨ੍ਹਾਂ ਨੇ ਬਾਅਦ ਦੇ ਵਿੱਚ ਸਹੁੰ ਚੱਕ ਕੇ, ਜੋ ਕਿ ਮੈਜੋਰਟੀ 'ਚ ਆਪਣੀ ਕਮਿਊਨਿਟੀ ਬਣਦੀ ਆ, ਜਿਹੜੇ ਇਮੀਗ੍ਰੈਂਟ ਹੋ ਕੇ ਇੱਥੇ ਆਏ ਆ ਤੇ ਬਾਅਦ ਦੇ ਵਿੱਚ ਇਹ ਸਿਟੀਜ਼ਨ ਬਣੇ ਆ, ਤੇ ਜੇ ਤੁਹਾਡਾ ਕੋਈ ਫਰਾਡ ਫੜਿਆ ਗਿਆ, ਤੁਹਾਡਾ ਕੋਈ ਫਰਾਡ ਸਾਹਮਣੇ ਇਹਨਾਂ ਦੇ ਆ ਗਿਆ, ਤਾਂ ਤੁਹਾਨੂੰ ਡੀਨੈਚੁਰਲਾਈਜ਼ ਕੀਤਾ ਜਾ ਸਕਦਾ ਹੈ। ਕੀਤਾ ਜਾ ਰਿਹਾ ਆ, ਕੀਤਾ ਜਾ ਨਹੀਂ ਸਕਦਾ ਅੱਜ ਕੱਲ੍ਹ ਤਾਂ, ਹੁਣ ਕੀਤਾ ਜਿਹੜਾ ਜਾ ਰਿਹਾ ਆ। ਸੋ ਇਹ ਸ਼ਰਮਾ ਸਾਹਿਬ ਰਿਕਰੂਟ ਕਰਦੇ ਸੀਗੇ ਵਰਕਰਸ ਨੂੰ H1B ਦੇ ਉੱਤੇ, ਪਰ ਅੱਗੇ ਕੋਈ ਜੌਬ ਨਹੀਂ ਸੀ ਹੁੰਦੀ। ਸੋ ਨਕਲੀ ਦਸਤਾਵੇਜ਼ਾਂ ਦੇ ਨਾਲ ਹੀ ਸਭ ਕੁਝ ਕਰੀ ਜਿਹੜੇ ਉਹ
ਜਾ ਰਹੇ ਸੀਗੇ। ਸੋ 2017 ਦੇ ਵਿੱਚ ਇਹ ਨੈਚੁਰਲਾਈਜ਼ਡ ਸਿਟੀਜ਼ਨ ਜਿਹੜਾ ਉਹ ਬਣ ਗਿਆ ਸੀਗਾ, ਪਰ 2019 ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਚਾਰਜ ਕੀਤਾ ਗਿਆ ਸੀ ਵੀਜ਼ਾ ਫਰਾਡ ਨੂੰ ਜਿਹੜਾ ਉਹ ਲੈ ਕੇ। ਸੋ ਜਿਹੜੇ DHS ਦੇ ਸਕੱਤਰ ਨੇ ਮਾਰਕ ਵੇਨ ਮੋਲਨ, ਉਹਨਾਂ ਨੇ ਕਿਹਾ ਵੀ ਅਮਰੀਕਨ ਸਿਟੀਜ਼ਨਸ਼ਿਪ ਇੱਕ ਪ੍ਰਿਵਿਲੇਜ ਆ, ਇਟ ਮਸਟ ਬੀ ਅਰਨਡ ਓਨੈਸਟਲੀ, ਇਮਾਨਦਾਰੀ ਦੇ ਨਾਲ ਤੁਹਾਨੂੰ ਇਹ ਜਿਹੜੀ ਉਹ ਲੈਣੀ ਪੈਣੀ ਆ। ਜੇ ਤੁਸੀਂ ਸਾਡੇ ਕਾਨੂੰਨ ਤੋੜੋਗੇ ਤਾਂ ਉਸ ਦਾ ਖਾਮਿਆਜ਼ਾ ਜਿਹੜਾ ਆ ਉਹ ਭੁਗਤਣਾ ਪਊਗਾ। ਇਮੀਗ੍ਰੇਸ਼ਨ ਪ੍ਰੋਸੀਡਿੰਗ ਦੇ ਵਿੱਚ ਜੇ ਤੁਸੀਂ ਝੂਠ ਬੋਲੋਗੇ ਤਾਂ ਤੁਹਾਡਾ ਇਹ ਜਿਹੜਾ ਪ੍ਰਿਵਿਲੇਜ ਆ ਉਹ ਖਤਮ ਹੋ ਜਾਂਦਾ ਆ। ਸੋ ਇਹਨੇ ਉਸ ਜਿਹੜੀ ਐਪਲੀਕੇਸ਼ਨ ਨੈਚੁਰਲਾਈਜੇਸ਼ਨ ਵਾਲੀ ਐਪਲੀਕੇਸ਼ਨ ਦੇ ਉਸ ਕਾਲਮ ਦੇ ਉੱਤੇ ਹਰਜੋਤ ਸਿੰਘ ਜੀ ਟਿਕ ਮਾਰਿਆ ਸੀਗਾ। ਉੱਥੇ ਇਹ ਕਹਿੰਦਾ ਸੀਗਾ, ਜਿਹੜਾ ਸਵਾਲ ਸੀਗਾ ਵੀ ਕਿਤੇ ਤੁਸੀਂ ਇੱਦਾਂ ਦਾ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਲਈ ਤੁਸੀਂ ਅਜੇ ਤੱਕ ਫੜੇ ਨਹੀਂ ਗਏ ਜਾਂ ਚਾਰਜ ਨਹੀਂ ਹੋਏ, ਤੇ ਇਹਨੇ ਕਰਤਾ ਸੀਗਾ ਨੋ। ਤੇ ਕਿਉਂਕਿ ਪਰ ਇਹਨੇ ਕ੍ਰਾਈਮ ਕੀਤਾ ਸੀਗਾ ਤੇ ਆਬਵੀਅਸਲੀ ਇਹ ਫੜਿਆ ਨਹੀਂ ਸੀ ਗਿਆ, ਤਾਂ ਇਸ ਲਈ ਕਹਿੰਦਾ ਵੀ ਤੂੰ ਝੂਠ ਬੋਲਿਆ ਆ ਤੇ ਹੁਣ ਤੇਰੀ ਸਿਟੀਜ਼ਨਸ਼ਿਪ ਜਿਹੜੀ ਉਹ ਵਾਪਸ ਜਿਹੜੀ ਉਹ ਲਈ ਜਾਊਗੀ। ਸੋ ਸੈਕਸ ਅਫੈਂਡਰਸ, ਵੱਖ-ਵੱਖ ਤਰ੍ਹਾਂ ਦੇ ਫਰਾਡ, ਡਰੱਗ ਟ੍ਰੈਫਿਕਰਸ, ਉਹਨਾਂ ਦੇ ਉੱਤੇ ਕਹਿੰਦੇ ਵੀ ਅਸੀਂ ਹੁਣ ਜ਼ਿਆਦਾ ਨਿਗਰਾਨੀ ਜਿਹੜੀ ਉਹ ਰੱਖੀ ਆ। ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆ ਰਹੀ ਆ, ਅਸੀਂ ਉਹਨਾਂ ਲੋਕਾਂ ਨੂੰ ਡੀਨੈਚੁਰਲਾਈਜ਼ ਕਰਾਂਗੇ ਤੇ ਨਾਲ ਦੇ ਨਾਲ ਬਾਅਦ 'ਚ ਡਿਪੋਰਟ ਕੀਤਾ ਜਾਵੇਗਾ। ਜੀ ਅਗਲੀ ਖਬਰ ਪਰ ਚਲੀਏ। ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਹੈਨਰੀ ਨੋਵਕ ਦਾ ਮਰਡਰ ਹੋਇਆ ਸੀ ਤੇ ਇੱਕ ਸਿੱਖ ਨੌਜਵਾਨ ਨੇ ਕੋਈ ਤੇਜ਼ ਹਥਿਆਰ ਮਾਰ ਕੇ ਜਿਹੜਾ ਉਹਦਾ ਮਰਡਰ ਕੀਤਾ ਸੀ, ਤੇ ਉਹ ਤੋਂ ਬਾਅਦ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਏ ਤੇ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਕਹਿ ਰਹੇ ਆ ਵੀ ਇੰਨੀ ਹੇਟ ਅਸੀਂ ਉਸ ਟਾਈਮ ਦੇ ਉੱਤੇ ਨਹੀਂ ਦੇਖੀ, ਹੁਣ ਨਹੀਂ ਦੇਖ ਰਹੇ ਹੈਗੇ ਜਿੰਨਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ। ਸੋ ਬਿਕਰਮ ਦਿਗਵਾ, ਉਹਨੂੰ ਜਿਹੜੀ ਸਜ਼ਾ ਵੀ ਹੋਈ ਹੈਗੀ ਆ ਲਾਈਫ ਇਨ ਪ੍ਰਿਜ਼ਨ, ਤੇ ਜਿਹੜੇ ਸਿੱਖ ਆ ਉਹ ਕਾਫੀ ਘਾਬਰੇ ਹੋਏ ਆ। ਹਾਲਾਂਕਿ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਆ ਤਨਮਨਜੀਤ ਢੇਸੀ, ਉਹ ਵੀ ਉੱਥੇ ਜਿਹੜੇ ਹੱਕ 'ਚ ਬੋਲੇ ਆ ਵੀ ਇਹਦਾ ਕਿਰਪਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, 100 ਸਾਲ ਤੋਂ ਵੱਧ ਸਮਾਂ ਹੋ ਗਿਆ ਸਿੱਖਾਂ ਨੂੰ ਰਹਿੰਦਿਆਂ ਨੂੰ। ਇਸੇ ਤਰ੍ਹਾਂ ਇੱਕ ਹੋਰ ਲਾਰਡ ਆਪਣੇ ਸਿੰਘ ਆ, ਉਹ ਵੀ ਬੋਲੇ ਹੈਗੇ ਆ। ਹੁਣ ਜਿਹੜੇ 11 ਦੇ ਕਰੀਬ ਜਿਹੜੇ MPs ਹੈਗੇ ਆ, ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ ਵੀ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਬੇਵਕੂਫ ਬੰਦਾ ਸੀ ਜਿਸ ਨੇ ਇਹ ਇੰਨਾ ਘਿਨਾਉਣਾ ਕੰਮ ਜਿਹੜਾ ਕੀਤਾ ਹੈਗਾ ਆ। ਸੋ ਇਹਦਾ ਜਿਹੜਾ ਸਾਰਾ ਖਮਿਆਜਾ ਆ ਪੂਰੀ ਸਿੱਖ ਕੌਮ ਨੂੰ ਨਾ ਭੁਗਤਣਾ ਪਵੇ। ਉਹਨੇ ਕਿਹਾ ਦਿਸ ਇਜ਼ ਨਾਟ ਅਬਾਊਟ ਸਿੱਖਿਜ਼ਮ, ਇਟ ਵਾਜ਼ ਅਬਾਊਟ ਅ ਮੈਨ ਕੈਰਿੰਗ ਐਨ ਅਫੈਂਸਿਵ ਵੈਪਨ ਐਂਡ ਕਮਿਟਿੰਗ ਏ ਬਰੂਟਲ ਮਰਡਰ। ਇਹ ਪ੍ਰੀਤ ਕੌਰ ਗਿੱਲ ਜੋ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ। ਹਾਲਾਂਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਵੀ ਨਹੀਂ, ਸਾਡੀ ਇੱਦਾਂ ਦੀ ਕੋਈ ਮਨਸ਼ਾ ਨਹੀਂ ਹੈ, ਇਹ ਆਪਾਂ ਜਿਹੜੀ ਆ ਕਿਰਪਾਨ ਆ ਜਿਹੜੀ ਕਿ 6 ਇੰਚ ਦੀ ਹੁੰਦੀ ਆ ਉਸ ਨੂੰ ਕਿਸੇ ਤਰ੍ਹਾਂ ਜਿਹੜਾ ਬੈਨ ਕੀਤਾ ਜਾਵੇ। ਪਰ ਤੁਸੀਂ ਦੇਖੋ ਇੱਕ ਬੰਦੇ ਦੀ ਗਲਤੀ ਨਾਲ ਪੂਰੀ ਕੌਮ ਨੂੰ ਜਿਹੜਾ ਖਮਿਆਜਾ ਆ ਭੁਗਤਣਾ ਪੈਂਦਾ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜਾ એનર્ਜੀ ਦਾ ਫਿਊਚਰ ਆ ਉਹਦੇ ਵਿੱਚ ਨਿਊਕਲੀਅਰ ਪਾਵਰਡ ਜਿਹੜੇ ਮਾਈਕਰੋ ਰਿਐਕਟਰਸ ਆ, ਕਹਿੰਦੇ ਵੀ ਕਾਫੀ ਵੱਡਾ ਕੰਮ ਰੋਲ ਅਦਾ ਕਰ ਸਕਦੇ ਆ। ਜਿਸ ਤਰੀਕੇ ਦੇ ਨਾਲ ਡਾਟਾ ਸੈਂਟਰਸ ਦਾ ਰੌਲਾ ਪੈ ਰਿਹਾ ਆ, ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ AI ਦੇ ਨਾਲ ਚੱਲ ਰਹੀਆਂ ਆ, ਇਲੈਕਟ੍ਰਿਕ ਵਾਲੇ ਪਾਸੇ ਨੂੰ ਹੋ ਰਹੀਆਂ। ਸੋ ਬਿਜਲੀ ਦੀ ਡਿਮਾਂਡ ਉਹ ਬਹੁਤ ਜ਼ਿਆਦਾ ਵਧਣ ਵਾਲੀ ਹੈਗੀ ਆ, ਤੇ ਕਹਿੰਦੇ ਵੀ ਜਿਹੜੇ ਮਾਈਕਰੋ ਰਿਐਕਟਰਸ ਆ ਉਹਨਾਂ ਦੀ ਫੁੱਲ ਟੈਸਟਿੰਗ ਦੇ ਲਈ ਇਹ ਹੁਣ ਰੈਡੀ ਹੋ ਰਹੇ ਆ। ਸੋ ਕਹਿੰਦੇ ਵੀ ਇਹ ਬਹੁਤ ਸਮਾਲ ਨੇ, ਛੋਟੇ ਨੇ, ਤੇ ਇਹਨਾਂ ਨੂੰ ਮਾਈਕਰੋ ਰਿਐਕਟਰਸ ਦੇ ਤੌਰ ਦੇ ਉੱਤੇ ਨਾਮ ਦੇ ਨਾਲ ਜਾਣਿਆ ਜਿਹੜਾ ਜਾਂਦਾ। ਉੱਦਾਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਆ ਬਹੁਤ ਵਿਸ਼ਾਲ ਹੁੰਦੀਆਂ, ਵੱਡੀਆਂ ਹੁੰਦੀਆਂ, ਇੱਕ ਖੁੱਲ੍ਹੇ ਜਿਹੇ ਇਲਾਕੇ ਦੇ ਵਿੱਚ ਹੁੰਦੀਆਂ ਆ। ਤੇ ਕਹਿੰਦੇ ਵੀ ਇਹ ਜਿਹੜੇ ਪਾਵਰ ਹਾਊਸਿਸ ਆ, ਇਹ ਮੋਬਲ ਪਾਵਰ ਹਾਊਸਿਸ ਆ, ਇਹਨਾਂ ਨੂੰ ਟਰਾਂਸਪੋਰਟ ਵੀ ਕੀਤਾ ਜਾ ਸਕਦਾ ਆ ਤਾਂ ਜੋ ਜਿੱਥੇ ਮਰਜ਼ੀ ਲੈ ਜਾਓ ਐਜ਼ ਏ ਜਨਰੇਟਰ ਦੇ ਤੌਰ ਦੇ ਉੱਤੇ। ਜਿੱਦਾਂ ਹੀ ਆਪਾਂ ਦੇਖਦੇ ਹਾਂ ਵੀ ਕਈ ਵੱਡੇ ਵੱਡੇ ਜਨਰੇਟਰ, ਡੀਜ਼ਲ ਇੰਜਨ ਜਨਰੇਟਰ ਜਿਹੜੇ ਹੁੰਦੇ ਆ, ਵੀ ਉਸ ਤਰੀਕੇ ਦੇ ਨਾਲ ਕਹਿੰਦੇ ਵੀ ਰਿਮੋਟ ਸਾਈਟਸ ਤੇ ਲੈ ਕੇ ਪਲੈਨਟ ਦੇ ਉੱਤੇ ਜਿਹੜਾ ਲਿਜਾਇਆ ਜਾ ਸਕਦਾ ਆ। ਸੋ ਆਉਣ ਵਾਲਾ ਜਿਹੜਾ ਭਵਿੱਖ ਦੇ ਵਿੱਚ ਜਿਹੜਾ ਨਿਊਕਲੀਅਰ એનર્ਜੀ ਆ, ਨਿਊਕਲੀਅਰ ਰਿਐਕਟਰਸ ਆ, ਉਹ ਇੱਕ ਬਹੁਤ ਵੱਡਾ ਜਿਹੜਾ ਰੋਲ ਆ ਉਹ ਅਦਾ ਕਰਨ ਜਾ ਰਹੇ ਆ। ਆਈਡਾਹੋ ਨੈਸ਼ਨਲ ਲੈਬੋਰਟਰੀ ਜਿਹੜੀ ਆ, ਜਿੱਥੇ ਕਿ ਇਹ ਮਾਈਕਰੋ ਰਿਐਕਟਰਸ ਆ, ਉਹਨਾਂ ਨੂੰ ਪਾਵਰ ਅਪ ਕੀਤਾ ਜਾ ਰਿਹਾ ਆ ਤੇ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਆ ਪਹਿਲੀ ਵਾਰੀ ਫੈਸਿਲਿਟੀ ਦੇ ਇਨਸਾਈਡ। ਤੇ ਕਹਿੰਦੇ ਵੀ ਇਹਦੇ ਨਾਲ ਇੱਕ ਇਤਿਹਾਸ ਜਿਹੜਾ ਉਹ ਸਿਰਜ ਹੋ ਰਿਹਾ ਆ।
ਡੋਮ ਕਰਕੇ ਇਹ ਨੈਸ਼ਨਲ ਆਈਡਾਹੋ ਨੈਸ਼ਨਲ ਲੈਬ ਦੇ ਵਿੱਚ ਇੱਕ ਸਿਲੰਡਰੀਕਲ ਸਟਰਕਚਰ ਆ, ਜਿਹੜਾ ਕਿ ਇੱਕ ਡੈਜ਼ਰਟ ਦੇ ਵਿੱਚ ਖੜਾ ਆ। ਇਸ ਨੂੰ ਡੋਮ ਜਿਹੜਾ ਉਹ ਆਖਿਆ ਜਾਂਦਾ ਆ। ਕਹਿੰਦੇ ਵੀ ਨਿਊਕਲੀਅਰ ਹਿਸਟਰੀ ਦੇ ਵਿੱਚ ਇਸ ਦਾ ਕਾਫੀ ਵੱਡਾ ਇੱਕ ਰੋਲ ਆ, ਇੱਕ ਜਗ੍ਹਾ ਇਸ ਦੇ ਵਿੱਚ ਹੈਗੀ ਆ। 2017 ਚ ਕਹਿੰਦੇ ਵੀ ਇਸ ਨੂੰ ਢਾਹ ਦੇਣਾ ਸੀਗਾ, ਬਟ 2019 ਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਨਹੀਂ, ਚਲੋ ਇਹਨੂੰ ਆਪਾਂ ਰੱਖਦੇ ਆ। ਤੇ ਇਸ ਮੌਕੇ ਬਹੁਤ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਜ਼ ਆ, ਉਹ ਮਾਈਕਰੋ ਨਿਊਕਲੀਅਰ ਰਿਐਕਟਰਸ ਆ, ਉਹਨਾਂ ਦੇ ਉੱਤੇ ਫੋਕਸ ਕਰ ਰਹੀਆਂ ਆ। ਮੇ ਵੀ ਜਿਹੜੀ ਤਸਵੀਰਾਂ ਮੈਂ ਦੇਖ ਰਿਹਾ ਹਰਜੋਤ ਸਿੰਘ ਜੀ, ਉਹਦੇ ਵਿੱਚ ਦੇਖਣ ਨੂੰ ਇਦਾਂ ਲੱਗਦਾ ਵੀ ਇੱਕ ਜਿੱਦਾਂ ਟਰੱਕ ਟ੍ਰੇਲਰ ਹੁੰਦਾ ਆ, ਓਡੇ ਇੱਕ ਸਾਈਜ਼ ਦਾ ਇਹ ਜਿਹੜਾ ਨਿਊਕਲੀਅਰ ਰਿਐਕਟਰ ਜਿਹੜਾ ਉਹ ਬਣਾ ਰਿਹਾ ਆ, ਜੋ ਕਿ ਪਾਵਰ ਜਨਰੇਟ ਕਰੇਗਾ, ਜਿਹਦੇ ਨਾਲ ਹੋ ਸਕਦਾ ਹੈ ਵੀ ਕਈ ਘਰਾਂ ਨੂੰ ਜਿਹੜੀ ਬਿਜਲੀ ਆ ਉਹ ਮਿਲ ਸਕਦੀ ਆ। ਇਨਫੈਕਟ ਇੱਕ ਕਾਈਲੋਡੋਸ ਕਰਕੇ ਜਿਹੜੀ ਕੰਪਨੀ ਆ, ਉਹ ਕਹਿ ਰਹੀ ਆ ਵੀ 1.2 ਮੈਗਾਵਾਟ ਦੀ ਸ਼ਮਤਾ ਵਾਲਾ ਇਹ ਨਿਊਕਲੀਅਰ ਰਿਐਕਟਰ ਹੋਊਗਾ, ਜਿਸ ਨੂੰ ਇੱਕ ਵਾਰੀ ਜਦੋਂ ਤੁਸੀਂ ਫਿਊਲ ਕਰੋਗੇ ਤਾਂ 5 ਸਾਲ ਦੇ ਲਈ ਵਿਦਆਊਟ ਰੀਫਿਊਲਿੰਗ ਚੱਲੇਗਾ, 24 ਘੰਟੇ ਬਿਜਲੀ ਪ੍ਰੋਡਿਊਸ ਕਰੇਗਾ ਤੇ 1000 ਘਰਾਂ ਦੇ ਲਈ। ਸੋ ਇੰਨਾ ਕੰਪੈਕਟ ਇੱਕ ਪਾਵਰ ਸਟੇਸ਼ਨ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਜੇ ਇਹ ਪਾਸ ਹੁੰਦਾ ਆ ਤਾਂ ਇਹ ਇਸ ਦੇ ਵਿੱਚ ਹੋਊਗਾ। ਸਭ ਤੋਂ ਵੱਡੀ ਜਿਹੜੀ ਸ਼ੰਕਾ ਹੁੰਦੀ ਹੈ ਇਸ ਦੇ ਵਿੱਚ ਫਿਊਲ ਨੂੰ ਲੈ ਕੇ ਆ, ਵੀ ਕੀ ਮੈਲਟ ਡਾਊਨ ਤਾਂ ਨਹੀਂ ਜਿਹੜਾ ਉਹ ਹੋ ਜਾਊਗਾ। ਸੋ ਕਹਿੰਦੇ ਵੀ ਇਹ ਟਰਾਈ ਸਟਰਕਚਰਲ ਆਈਸੋਟ੍ਰੋਪਿਕ ਪਾਰਟੀਕਲਸ, ਇਹ ਸਪੈਸ਼ਲ ਇੰਜੀਨੀਅਰਡ ਕਰਨਲਸ ਨੇ, ਜਿਹੜੇ ਯੂਰੇਨੀਅਮ ਕੋਟਡ ਇਨਰਿਚਡ ਯੂਰੇਨੀਅਮ ਕੋਟਡ ਹੁੰਦੇ ਆ, ਤੇ ਕਈ ਤਰੀਕੇ ਦੀਆਂ ਰੋਬਸਟ ਲੇਅਰਸ ਜਿਹੜੀਆਂ ਸਿਰੈਮਿਕ ਦੀਆਂ ਮਟੀਰੀਅਲ ਦੀਆਂ, ਉਹਨਾਂ ਦੇ ਅੰਦਰ ਜਿਹੜੇ ਉਹ ਹੋਣਗੇ, ਜਿਹਦੇ ਨਾਲ ਇਹ ਕਹਿੰਦੇ ਵੀ ਵਰਚੁਅਲੀ ਮੈਲਟ ਡਾਊਨ ਹੋਊਗਾ। ਚਲੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਆਪਾਂ ਉਮੀਦ ਵੀ ਕਰਦੇ ਹਾਂ ਵੀ ਮੈਲਟ ਡਾਊਨ ਪ੍ਰੂਫ ਹੀ ਹੋਵੇ, ਕਿਉਂਕਿ ਆਪਾਂ ਪਤਾ ਹੀ ਆ ਵੀ ਨਿਊਕਲੀਅਰ ਡਿਜ਼ਾਸਟਰ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁੰਦੇ ਆ। ਸੋ ਰੀਸੋ ਕਰਕੇ ਜਿਹੜਾ ਮਟੀਰੀਅਲ ਡਿਜ਼ਾਈਨ ਕੀਤਾ ਗਿਆ ਸਪੈਸ਼ਲੀ ਇਹ ਫਿਊਲਸ ਦੇ ਲਈ, ਕਹਿੰਦੇ ਵੀ ਵੈਰੀ ਵੈਰੀ ਹਾਈ ਟੈਂਪਰੇਚਰਸ ਨੂੰ ਵਿਥਸਟੈਂਡ ਕਰ ਸਕਦਾ ਆ। ਪਰ ਇੱਕ ਵਧੀਆ ਚੀਜ਼ ਹੋਊਗੀ ਹਰਜੋਤ ਸਿੰਘ ਜੀ, ਵੀ ਇੱਕ ਟਰੱਕ ਜਿੱਡਾ ਨਿਊਕਲੀਅਰ ਰਿਐਕਟਰ, ਇੱਕ ਵਾਰੀ ਫਿਊਲ ਭਰੋ ਤੇ 5 ਸਾਲ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਉਹ ਚੱਲਦਾ ਰਹਿੰਦਾ ਆ, ਤੇ 1000 ਘਰਾਂ ਨੂੰ ਬਿਜਲੀ ਪ੍ਰਦਾਨ ਕਰ ਸਕਦਾ ਆ। ਦੈਟ ਬੀ ਅ ਗੁੱਡ ਜਿਹੜੀ ਉਹ ਥਿੰਗ। ਤੇ ਜੋ ਡਾਟਾ ਸੈਂਟਰਸ ਨੂੰ ਲੈ ਕੇ ਤੇ ਜੋ ਆਮ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਆ ਤੇ ਹੋਰ ਸਾਰੀਆਂ ਚੀਜ਼ਾਂ ਆ, ਉਹ ਇਹਦੇ ਨਾਲ ਖਤਮ ਜਿਹੜੀਆਂ ਹੋ ਸਕਦੀਆਂ, ਤੇ એનર્ਜੀ ਦੀ ਜਿਹੜੀ ਸ਼ਾਰਟੇਜ ਆ ਉਸ ਨੂੰ ਪੂਰਾ ਕੀਤਾ ਜਾ ਸਕਦਾ। ਇਨਫੈਕਟ ਇਕੱਲਾ ਅਮਰੀਕਾ ਹੀ ਨਹੀਂ, ਇਹ ਤਾਂ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕ੍ਰਾਂਤੀ ਇੱਕ ਹਿਸਾਬ ਦੇ ਨਾਲ ਇਸ ਦੇ ਨਾਲ ਆ ਜਾਵੇਗੀ। ਡਾਟਾ ਸੈਂਟਰ ਦੀ ਤੁਸੀਂ ਗੱਲ ਕਰਦੇ ਆ, ਤੇ ਜਾਂਦੇ ਜਾਂਦੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਵਾਲ ਸਟਰੀਟ ਜਰਨਲ ਅੱਜ ਦਾ ਰਿਪੋਰਟ ਕਰ ਰਿਹਾ ਵੀ ਜਿਹੜੀ ਕੰਪਨੀਆਂ ਹੈਗੀਆਂ ਆ, ਖਾਸ ਕਰਕੇ ਜਿਹੜੀ ਮੈਟਾ ਕੰਪਨੀਆਂ, ਉਹ 8000 ਲੋਕਾਂ ਨੂੰ ਟ੍ਰੇਨ ਕਰਨ ਜਾ ਰਹੀ ਆ ਡਾਟਾ ਸੈਂਟਰ ਬਣਾਉਣ ਦੇ ਲਈ। ਸੋ ਕਹਿੰਦੇ ਭਈ 5 ਵੀਕ ਦਾ ਪ੍ਰੋਗਰਾਮ ਹੋਊਗਾ। ਉਹ ਇੱਕ ਵਰਕਫੋਰਸ ਅਕੈਡਮੀ ਸ਼ੁਰੂ ਕਰਨ ਜਾ ਰਹੀ ਆ, ਤਾਂ ਕਿ ਜਿਹੜੇ ਅਮਰੀਕਨ ਲੋਕਾਂ ਨੂੰ ਡਾਟਾ ਸੈਂਟਰ ਬਿਲਡ ਕਰਨ ਦੇ ਲਈ ਟ੍ਰੇਨ ਕੀਤਾ ਜਾਵੇ, ਖਾਸ ਕਰਕੇ ਜਿਹੜੇ ਟ੍ਰੇਡ ਵਰਕਰਸ ਹੈਗੇ ਆ। ਸੋ 5 ਵੀਕ ਦੀ ਇਹ ਟ੍ਰੇਨਿੰਗ ਹੋਣੀ ਆ, ਪਾਰਟਨਰਸ਼ਿਪ ਹੋਣੀ ਆ CVRE ਦੇ ਨਾਲ, ਤੇ ਗਰੰਟਿਡ ਜੌਬ ਹੋਣੀ ਆ, ਕਿਸੇ ਤਰ੍ਹਾਂ ਦੀ ਫੀਸ ਨਹੀਂ। ਸੋ ਇਹ ਗੁੱਡ ਨਿਊਜ਼ ਆ। ਜੇ ਕੋਈ ਵੀ ਸਾਡੇ ਜਿਹੜੇ ਸਰੋਤੇ ਸੁਣਦੇ ਆ, ਉਹ ਇਸ ਅਕੈਡਮੀ ਨੂੰ ਜੁਆਇਨ ਕਰਨਾ ਚਾਹੁੰਦੇ ਆ, ਤੇ ਉਹ ਮੈਟਾ ਜਿਹੜੀ ਕੰਪਨੀ ਹੈਗੀ ਫੇਸਬੁੱਕ ਦੀ ਮੇਨ, ਉਹਨਾਂ ਦੇ ਜਿਹੜੇ ਵੈਬਸਾਈਟ ਤੇ ਜਾ ਕੇ ਜੋ ਵੀ ਉਹਨਾਂ ਦੀ ਇਨਫੋਰਮੇਸ਼ਨ ਹੋਊਗੀ, ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ। 8000 ਲੋਕਾਂ ਨੂੰ ਉਹਨਾਂ ਨੇ ਫ੍ਰੀ ਆਫ ਕਾਸਟ ਜਿਹੜਾ ਟ੍ਰੇਨ ਕਰਨਾ ਹੈਗਾ, ਤਾਂ ਕਿ ਤੁਸੀਂ ਡਾਟਾ ਸੈਂਟਰ ਬਿਲਡ ਕਰਨ ਦੇ ਵਿੱਚ ਜੌਬ ਪ੍ਰਾਪਤ ਕਰ ਸਕੋ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਇੱਕ ਹੋਰ ਖਬਰ, ਸ਼ਰਾਬ ਕਿੰਨੀ ਪੀਣੀ ਚਾਹੀਦੀ ਹੈ, ਇਸ ਨੂੰ ਲੈ ਕੇ ਹੁਣ ਇਹ ਨਵਾਂ ਰੌਲਾ ਪੈ ਗਿਆ ਆ ਇਸ ਪ੍ਰਸ਼ਾਸਨ ਨੂੰ, ਜਿਹੜਾ ਉਹ ਲੈ ਕੇ ਇੱਕ ਅਲਕੋਹਲ ਸਟੱਡੀ, ਜਿਸ ਨੂੰ ਟਰੰਪ ਅਧਿਕਾਰੀਆਂ ਨੇ ਡਿਸਕਾਰਡ ਕਰ ਦਿੱਤਾ ਸੀਗਾ, ਇਵੈਂਚੁਅਲੀ ਸਾਇੰਟੀਫਿਕ ਜਰਨਲ ਦੇ ਵਿੱਚ ਪਬਲਿਸ਼ ਜਿਹੜੀ ਉਹ ਕੀਤੀ ਗਈ ਹੈਗੀ ਆ। ਇਸ ਸਟੱਡੀ ਦੇ ਵਿੱਚ ਕਹਿੰਦੇ ਵੀ ਅਕਸਰ ਇਹ ਕਹਿ ਦਿੱਤਾ ਜਾਂਦਾ ਨਾ ਵੀ ਕੋਈ ਨਹੀਂ, ਚਲੋ ਯਾਰ ਥੋੜੀ ਪੀ ਲਓ, ਕੋਈ ਇਹਦੇ ਵਿੱਚ ਚੱਕਰ ਜਿਹੜਾ ਉਹ ਨਹੀਂ ਆ। ਤਾਂ ਇਹ ਜਿਹੜੀ ਸਟੱਡੀ ਕਹਿੰਦੀ ਆ ਵੀ ਨਹੀਂ, ਥੋੜੀ ਪੀ ਕੇ ਵੀ ਨੁਕਸਾਨ ਜਿਹੜਾ ਉਹ ਹੁੰਦਾ, ਕਹਿੰਦੇ ਵੀ ਰਿਸਕ ਨੇ ਈਵਨ ਵਿਦ ਲਾਈਟ ਡਰਿੰਕਿੰਗ। ਤੇ ਪਰ ਜਿਹੜੇ ਟਰੰਪ ਪ੍ਰਸ਼ਾਸਨ ਆ,
ਉਹ ਇਸ ਨੂੰ ਸਾਈਡ ਤੇ ਜਿਹੜਾ ਉਹ ਕਰ ਰਿਹਾ, ਕਹਿੰਦੇ ਵੀ ਨਹੀਂ ਨਹੀਂ ਇਦਾਂ ਜਿਹੜਾ ਉਹ ਨਾ ਇੱਕ ਹਿਸਾਬ ਦੇ ਨਾਲ ਆਖਿਆ ਜਿਹੜਾ ਜਾਵੇ। ਸੋ ਪੋਲੀਟੀਕਲ ਪੁਸ਼ਬੈਕ ਇਸ ਦੇ ਵਿੱਚ ਆ ਰਹੀ ਆ। ਡਾਈਟਰੀ ਗਾਈਡਲਾਈਨਸ ਵੀ ਜਿਹੜੇ ਨਵੇਂ ਪ੍ਰਸ਼ਾਸਨ ਦੇ ਤਹਿਤ ਉਸ ਨੂੰ ਚੇਂਜ ਕੀਤਾ ਜਿਹੜਾ ਹੋ ਗਿਆ ਹੈਗਾ ਆ। ਮੈਂਬਰਸ ਆਫ ਕਾਂਗਰਸ ਤੇ ਜਿਹੜੀ ਅਲਕੋਹਲ ਇੰਡਸਟਰੀ ਆ, ਟ੍ਰੇਡ ਗਰੁੱਪ ਆ, ਉਹ ਇਹ ਕਹਿ ਰਹੇ ਆ ਵੀ ਇਹ ਤਾਂ ਜਾਣਬੁੱਝ ਕੇ ਸ਼ਰਾਬ ਦੇ ਉਲਟ ਵਾਲੇ ਆ, ਐਂਟੀ ਅਲਕੋਹਲ ਵੈਂਟ ਵਾਲੇ ਜਿਹੜੇ ਇਸ ਦੇ ਵਿੱਚ ਲੱਗੇ ਜਿਹੜੇ ਉਹ ਹੈਗੇ ਆ, ਤੇ ਉਹਨਾਂ ਨੇ ਇਸ ਸਟੱਡੀ ਨੂੰ ਫਲॉड ਜਿਹੜਾ ਉਹ ਆਖਿਆ ਆ। ਤੇ ਜਿਹੜੇ ਆਥਰਸ ਆ ਉਹ ਕਹਿੰਦੇ ਆ ਵੀ ਸਾਡੀ ਜਿਹੜੀਆਂ ਫਾਈਂਡਿੰਗਸ ਆ ਇਹਦੇ ਵਿੱਚ ਕੁਛ ਇਦਾਂ ਦੀ ਚੀਜ਼ ਨਹੀਂ ਆ, ਅਸੀਂ ਤਾਂ ਸਿਰਫ ਇਹੀ ਜਿਹੜਾ ਉਹ ਕਹਿ ਰਹੇ ਆ ਵੀ ਲੋਕਾਂ ਦੀ ਸਿਹਤ ਦੇ ਉੱਤੇ ਨੁਕਸਾਨ ਜਿਹੜਾ ਉਹ ਹੁੰਦਾ ਆ। ਸੋ ਕਹਿੰਦੇ ਵੀ ਅਸਲ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਇੰਟਰਸਟ ਆ ਬੀਅਰ, ਵਾਈਨ ਤੇ ਲਿਕਰ ਲੌਬੀ ਦੇ, ਉਹ ਇਹਦੇ ਨਾਲ ਹਰਟ ਹੁੰਦੇ ਆ, ਇਸ ਲਈ ਉਹ ਇਸ ਸਟੱਡੀ ਦੇ ਉਲਟ ਜਿਹੜਾ ਉਹ ਸਟੈਂਡ ਲੈ ਰਹੇ ਆ। ਸੋ ਨਵੀਂ ਆਈ ਜਿਹੜੀ ਸਾਇੰਟੀਫਿਕ ਸਟੱਡੀ ਵੀ ਥੋੜੀ ਸ਼ਰਾਬ ਪੀਤਿਆਂ ਵੀ ਨੁਕਸਾਨ ਹੁੰਦਾ ਆ, ਉਸ ਦੇ ਉਲਟ ਕਹਿੰਦੇ ਵੀ ਹੁਣ ਪ੍ਰਚਾਰ ਚੱਲ ਰਿਹਾ ਤੇ ਪੋਲੀਟੀਕਲ ਪੁਸ਼ਬੈਕ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਹੁਣ ਕਰਨਾ ਪੈ ਰਿਹਾ ਆ। ਸਰਕਾਰ ਨੇ ਤਾਂ ਉਸ ਨੂੰ ਨਕਾਰ ਦਿੱਤਾ, ਪਰ ਇਹ ਜਿਹੜਾ ਇਸ ਟਾਈਮ ਦੇਖਿਆ ਜਾ ਰਿਹਾ ਵੀ ਉਹਨਾਂ ਨੇ ਫਿਰ ਵੀ ਇੱਕ ਸਾਇੰਟੀਫਿਕ ਜਿਹੜੇ ਜਰਨਲ ਦੇ ਵਿੱਚ ਆਪਣੀ ਸਟੱਡੀ ਨੂੰ ਪਬਲਿਸ਼ ਕਰ ਦਿੱਤਾ ਹੈਗਾ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।